ਵਾਹਿਗੁਰੂ 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 ਵਾਹਿਗੁਰੂ। ਧਨਾਸਰੀ ਮਹੱਲਾ ਚੌਥਾ। ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ, ਹਮਰੀ ਬੇਦਨਾ ਤੂੰ ਜਾਣਤਾ ਸਾਹਾ, ਅਵਰ ਕਿਆ ਜਾਣੈ ਕੋਇ। ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ, ਹਮਰੀ ਬੇਦਨ ਤੂੰ ਜਾਣਤਾ ਸਾਹਾ, ਅਵਰ ਕਿਆ ਜਾਣੈ ਕੋਇ। ਰਹਾਉ ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ, ਤੇਰਾ ਕੀਆ ਸੱਚ ਸਭ ਹੋਏ, ਝੂਠਾ ਕਿਸ ਕਉ ਆਖੀਐ ਸਾਹਾ, ਦੂਜਾ ਨਾਹੀ ਕੋਇ। ਸਭਨਾ ਵਿੱਚ ਤੂੰ ਵਰਤਦਾ ਸਾਹਾ, ਸਭ ਤੁਝੈ ਧਿਆਵਹਿ ਦਿਨ ਰਾਤ, ਸਭ ਤੁਝ ਹੀ ਥਾਵਹੁ ਮੰਗਦੇ ਮੇਰੇ ਸਾਹਾ, ਤੂੰ ਸਭਨਾ ਕਰਹਿ ਇਕ ਦਾਤ, ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹਾ, ਤੁਝ ਤੇ ਬਾਹਰ ਕੋਈ ਨਾਹੀ, ਸਭ ਜੀਅ ਤੇਰੇ ਤੂੰ ਸਭ ਸਦਾ ਮੇਰੇ ਸਾਹਾ, ਸਭ ਤੁਝ ਹੀ ਮਾਹਿ ਸਮਾਹੇ, ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ, ਸਭ ਤੁਝੈ ਧਿਆਵਹਿ ਮੇਰੇ ਸਾਹ, ਜਿਉ ਭਾਵੈ ਤਿਉ ਰੱਖ ਤੂੰ ਮੇਰੇ ਪਿਆਰੇ, ਸਚ ਨਾਨਕ ਕੇ ਪਾਤਸ਼ਾਹ, ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ, ਸਭ ਤੁਝੈ ਧਿਆਵਹਿ ਮੇਰੇ ਸਾਹ, ਜਿਉ ਭਾਵੈ ਤਿਉ ਰੱਖ ਤੂੰ ਮੇਰੇ ਪਿਆਰੇ, ਸਚ ਨਾਨਕ ਕੇ ਪਾਤਸ਼ਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟਨ ਧੰਨਵਾਦ ਹੈ, ਜਿਨ੍ਹਾਂ ਨੇ ਬਖਸ਼ਿਸ਼ ਕੀਤੀ ਹੈ, ਮਿਹਰ ਕੀਤੀ ਹੈ। ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਨੇ ਅੱਜ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਤਖਤ ਦੇ ਉੱਤੇ ਬਿਰਾਜਮਾਨ ਹੋ ਕਰਕੇ ਜੋ ਸੰਸਾਰ ਨੂੰ ਹੁਕਮ ਬਖਸ਼ਿਸ਼ ਕੀਤਾ ਹੈ, ਉਸ ਦਾ ਮੂਲ ਪਾਠ ਆਪ ਜੀ ਨੇ ਬਹੁਤ ਅਦਬ ਸਤਕਾਰ ਸਹਿਤ ਭਾਈ ਸਾਹਿਬ ਜੀ ਪਾਸੋਂ ਸਰਵਣ ਕੀਤਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਨਾਲ ਸੰਬੰਧਿਤ
ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਨਿਤਾ ਪ੍ਰਤੀ ਰੋਜ਼ਾਨਾ ਦੀ ਤਰ੍ਹਾਂ ਆਪ ਸੰਗਤਾਂ ਵੱਡੇ ਪੱਧਰ ਦੇ ਉੱਤੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬੈਠ ਕਰਕੇ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ, ਆਏ ਮਿਲ ਗੁਰ ਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ। ਗੁਰੂ ਸਾਹਿਬ ਜੀ ਆਪਣੇ ਗੁਰੂ ਕੇ ਪਿਆਰਿਆਂ ਨੂੰ, ਆਪਣੇ ਲਾਡਲਿਆਂ ਨੂੰ ਨਿਤਾ ਪ੍ਰਤੀ ਆਵਾਜ਼ਾਂ ਮਾਰਦੇ ਨੇ ਕਿ ਆ ਮੇਰੇ ਪਿਆਰੇ ਗੁਰੂ ਸਿੱਖ ਆ, ਸੰਗਤੀ ਰੂਪ ਦੇ ਵਿੱਚ ਮਿਲ ਕਰਕੇ ਬੈਠ ਕਰਕੇ ਉਸ ਅਕਾਲ ਪੁਰਖ ਪਰਮਾਤਮਾ ਦੀਆਂ ਕਥਾ ਕਹਾਣੀਆਂ ਕਰਨ ਵਾਸਤੇ ਗੁਰੂ ਦੇ ਦਰਬਾਰ ਵਿੱਚ ਸੱਜ ਬੈਠ। ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ, ਜਿਨ੍ਹਾਂ ਦਾ ਅੱਜ ਮੁੱਖ ਵਾਕ ਆਪ ਜੀ ਨੇ ਸਰਵਣ ਕੀਤਾ ਹੈ, ਉਹ ਘਟਨਾ ਯਾਦ ਆਈ ਹੈ ਜਿਸ ਦੇ ਬਾਰੇ ਵਿੱਚ ਲਾਹੌਰ ਸ਼ਹਿਰ ਦੇ ਵਿੱਚ ਜਿਸ ਵਕਤ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਦੇ ਛੋਟੀ ਉਮਰ ਦੇ ਵਿੱਚ ਮਾਤਾ ਜੀ ਵੀ ਚੜ੍ਹਾਈ ਕਰ ਗਏ, ਪਿਤਾ ਜੀ ਵੀ ਚੜ੍ਹਾਈ ਕਰ ਗਏ। ਬਾਲ ਉਮਰ ਹੈ, ਬਾਲ ਉਮਰ ਦੇ ਵਿੱਚ ਚਾਚੇ ਤਾਏ ਸ਼ਰੀਕ ਆਦਿ ਨੇ ਆਪਣੇ ਬੱਚਿਆਂ ਨੂੰ ਵੀ, ਭਾਈ ਜੇਠਾ ਜੋ ਬਾਲਕ ਮਾਤਾ ਪਿਤਾ ਦੀ ਛਾਇਆ ਤੋਂ ਦੂਰ ਹੋ ਗਿਆ ਹੈ, ਉਸ ਦੇ ਨਾਲ ਆਪਣੇ ਬੱਚਿਆਂ ਨੂੰ ਖੇਡਣ ਤੋਂ ਵੀ ਗੁਰੇਜ਼ ਕਰਦੇ ਨੇ। ਉਹ ਇਸ ਗੱਲ ਤੋਂ ਆਪਣੇ ਬੱਚਿਆਂ ਨੂੰ ਵਰਜਦੇ ਨੇ ਤੇ ਆਪਣੇ ਘਰ ਦੇ ਦਰਵਾਜ਼ੇ ਉਹਨਾਂ ਨੇ ਬੰਦ ਕਰ ਲਏ। ਮਤਾਂ ਇਹ ਬਾਲਕ ਸਾਡੇ ਬੱਚਿਆਂ ਦੇ ਮੱਥੇ ਲੱਗੇ ਤੇ ਮਨਹੂਸ ਬੱਚਾ ਹੈ, ਇਸ ਦੇ ਸਿਰ ਦੇ ਉੱਤੇ ਮਾਂ-ਬਾਪ ਨਹੀਂ। ਉਹ ਇਸ ਗੱਲ ਤੋਂ ਗੁਰੇਜ਼ ਕਰਦੇ ਸਨ ਕਿ ਭਾਈ ਜੇਠੇ ਦੇ ਮੱਥੇ ਨਹੀਂ ਲੱਗਣਾ। ਇੱਕ ਐਸਾ ਸਮਾਂ ਆਇਆ ਸਾਧ ਸੰਗਤ ਜੀ, ਅੱਜ ਧਿਆਨ ਮਾਰ ਕੇ ਵੇਖ ਲਓ, ਜਿਸ ਦੇ ਮੱਥੇ ਲੱਗਣ ਤੋਂ ਗੁਰੇਜ਼ ਕੀਤਾ ਜਾਂਦਾ ਸੀ, ਜਿਸ ਦਾ ਮੱਥਾ ਮੂੰਹ ਮੱਥਾ ਵੇਖਣ ਤੋਂ ਪਰਹੇਜ਼ ਕੀਤਾ ਜਾਂਦਾ ਸੀ, ਅੱਜ ਉਸ ਦੇ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਗੁਰੂ ਰਾਮਦਾਸ ਜੀ ਦੇ ਘਰ ਦੇ ਵਿੱਚ ਉਹਦੇ ਚਰਨਾਂ ਤੇ ਮੱਥਾ ਟੇਕਣ ਵਾਲਿਆਂ ਦੀ ਕਿੱਡੀ ਭੀੜ ਹੈ ਤੇ 3-3 ਘੰਟੇ ਲੱਗ ਜਾਂਦੇ ਨੇ ਗੁਰੂ ਸਾਹਿਬ ਜੀ ਦੇ ਉਹਨਾਂ ਦੇ ਚਰਨਾਂ ਤੇ ਮੱਥਾ ਟੇਕਣ ਨੂੰ, ਉਹਨਾਂ ਦੇ ਦਰਸ਼ਨ ਕਰਨ ਨੂੰ, ਜਿਨ੍ਹਾਂ ਨੂੰ ਇਹ ਸਮਝਿਆ ਜਾਂਦਾ ਸੀ ਕਿ ਇਹ ਅਭਾਗਾ ਬੱਚਾ ਹੈ, ਇਸ ਦੇ ਦਰਸ਼ਨ ਨਹੀਂ ਕਰਨੇ। ਅੱਜ ਦੇ ਇਸ ਮੁੱਖ ਵਾਕ ਵਿੱਚ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ, ਸੰਬੋਧਨ ਕੀਤਾ ਹੈ ਸ਼ਬਦ ਮੇਰੇ ਸ਼ਾਹ ਮੈਂ ਹਰ ਦਰਸ਼ਨ ਸੁਖ ਹੋਏ। ਦੋ ਤਰ੍ਹਾਂ ਦੇ ਸ਼ਾਹਾਂ ਦਾ ਜ਼ਿਕਰ ਹੈ। ਇੱਕ ਸੰਸਾਰੀ ਤੌਰ ਦੇ ਉੱਤੇ ਅਸੀਂ ਆਪਣੀਆਂ ਲੋੜਾਂ ਥੋੜਾਂ ਨੂੰ ਪੂਰੀਆਂ ਕਰਨ ਵਾਸਤੇ ਇੱਕ ਸ਼ਾਹੂਕਾਰ ਦੀ ਚੋਣ ਕਰਦੇ ਹਾਂ। ਜਦੋਂ ਵੀ ਕਿਸੇ ਜੱਟ ਜ਼ਿਮੀਂਦਾਰ ਨੂੰ ਕੋਈ ਲੋੜ ਪੈਂਦੀ ਹੈ, ਆਪਣੇ ਬੱਚੇ ਵਿਆਹ ਸ਼ਾਦੀਆਂ ਦੇ ਦੌਰਾਨ, ਉਹ ਆਪਣੇ ਸ਼ਾਹ ਨੂੰ, ਆਪਣੇ ਉਸ ਸ਼ਾਹ ਦੇ ਕੋਲ ਜਾਂਦਾ ਹੈ ਜਿਸ ਨੂੰ ਆਖਦਾ ਹੈ ਕਿ ਮੇਰੀ ਇਹ ਜ਼ਰੂਰਤ ਹੈ, ਮੇਰੀ ਲੋੜ ਹੈ, ਇਹ ਪੂਰੀ ਕਰਨੀ ਹੈ। ਤੇ ਉਹ ਸ਼ਾਹ ਜਿਹੜਾ ਆਦਾਨ ਪ੍ਰਦਾਨ ਕਰਦਾ, ਲੈਣ ਦੇਣ ਕਰਦਾ ਹੈ ਆਪਣੇ ਗਾਹਕ ਦੇ ਨਾਲ, ਉਸ ਨੂੰ ਆਪਣੀ ਬਹੀ ਤੇ ਅੰਕਿਤ ਕਰ ਦਿੰਦਾ ਹੈ, ਲਿਖ ਲੈਂਦਾ ਹੈ। ਤੇ ਲਿਖਦਾ ਵੀ ਉਹ ਹੈ, ਜਿੰਨੇ ਦਿੰਦਾ ਹੈ ਉਹਦੇ ਨਾਲੋਂ ਕੁਝ ਵੱਧ ਲਿਖ ਲੈਂਦਾ ਹੈ, ਵਿਆਜ ਤੇ ਦਿੰਦਾ ਹੈ। ਤੇ ਫਿਰ ਨਾਲ ਇਹ ਵੀ ਨਿਸ਼ਚਿਤ ਕਰਦਾ ਹੈ ਕਿ ਜੋ ਮੈਂ ਤੈਨੂੰ ਦਿੱਤਾ ਹੈ ਉਹ ਸਮੇਂ ਅਨੁਸਾਰ ਵਾਪਸ ਵੀ ਲੈਣਾ ਤੇ ਵਿਦ ਵਿਆਜ ਲੈਣਾ ਹੈ। ਇੱਕ ਸ਼ਾਹ ਉਹ ਹੈ। ਇੱਕ ਸ਼ਾਹ ਜਿਸ ਦੀ ਗੱਲ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਕਰ ਰਹੇ ਨੇ, ਐਸਾ ਸ਼ਾਹ ਹੈ ਜਿਸ ਨੇ ਕੋਈ ਬਹੀ ਖਾਤਾ ਨਹੀਂ ਜੇ ਲਾਇਆ। ਜਿਹੜੀਆਂ ਸਾਨੂੰ ਦਾਤਾਂ ਦੇ ਰਿਹਾ ਹੈ, ਜੋ ਕੁਝ ਵੀ ਸਾਨੂੰ ਦੇ ਰਿਹਾ ਹੈ, ਉਹਦੇ ਵਾਸਤੇ ਉਸਨੇ ਕੋਈ ਬਹੀ ਖਾਤਾ ਨਹੀਂ ਲਾਇਆ, ਕੋਈ ਦਾਤਾਂ ਦੇਣ ਲੱਗਿਆਂ ਲਿਖਦਾ ਨਹੀਂ ਹੈ, ਤੇ ਨਾ ਹੀ ਇਹ ਗੱਲ ਆਖਦਾ ਹੈ ਕਿ ਜਿਹੜੀਆਂ ਮੈਂ ਤੈਨੂੰ ਦਾਤਾਂ ਦਿੱਤੀਆਂ ਨੇ ਇਹ ਤੂੰ ਮੈਨੂੰ ਵਾਪਸ ਵੀ ਕਰ ਦਵੀਂ। ਐਸਾ ਸ਼ਾਹ ਹੈ। ਦਿੰਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਈ ਖਾਹੇ। ਉਸ ਸ਼ਾਹ ਦੀ ਗੱਲ ਕੀਤੀ ਜਾ ਰਹੀ ਹੈ ਜਿਹੜਾ ਸ਼ਾਹਾਂ ਦਾ ਸ਼ਾਹ ਹੈ। ਉਸ ਦੇ ਦਰਸ਼ਨ ਕਰਨੇ ਆ।
ਉਸ ਦੇ ਦਰਸ਼ਨ ਕੀਤਿਆਂ ਕਿਵੇਂ ਸੁੱਖ ਪ੍ਰਾਪਤ ਹੁੰਦੇ ਨੇ। ਵਿਦਵਾਨ ਜਨਾਂ ਨੇ 4 ਤਰ੍ਹਾਂ ਦੇ ਦਰਸ਼ਨਾਂ ਦੀ ਗੱਲ ਕੀਤੀ ਹੈ। ਇੱਕ ਦਰਸ਼ਨ ਹੈ ਜਿਸ ਨੂੰ ਅਸੀਂ ਆਖਦੇ ਹਾਂ ਕਿ ਸਰਵਣ ਦਰਸ਼ਨ, ਜਿਹੜੇ ਤੁਸੀਂ ਕਰ ਰਹੇ ਹੋ, ਅਸੀਂ ਕਰ ਰਹੇ ਹਾਂ। ਨਿਤਾ ਪ੍ਰਤੀ ਗੁਰੂ ਕਾ ਸਿੱਖ ਜਦੋਂ ਗੁਰੂ ਘਰ ਦੇ ਵਿੱਚ ਆਉਂਦਾ ਹੈ ਨਾ, ਜਦੋਂ ਅਦਬ ਸਤਕਾਰ ਸਹਿਤ ਸਾਵਧਾਨ ਇਕਾਗਰ ਚੀਤ ਹੋ ਕਰਕੇ ਉਹ ਗੁਰਬਾਣੀ ਨੂੰ ਸਰਵਣ ਕਰਦਾ ਹੈ, ਕੀਰਤਨ ਨੂੰ ਸਰਵਣ ਕਰਦਾ ਹੈ, ਤੇ ਮਾਨੋ ਉਹ ਸਰਵਣ ਦਰਸ਼ਨ ਹੋ ਰਹੇ ਨੇ। ਉਸ ਨੂੰ ਕੰਨਾਂ ਦੇ ਰਾਹੀਂ ਗੁਰੂ ਦੇ ਦਰਸ਼ਨ ਹੋ ਰਹੇ ਨੇ। ਬਾਣੀ ਨੂੰ ਸੁਣਦਾ ਹੈ, ਕਥਾ ਕੀਰਤਨ ਸਰਵਣ ਕਰਦਾ ਹੈ। ਇੱਕ ਦਰਸ਼ਨ ਇੱਕ ਇਹ ਨੇ। ਇੱਕ ਹੈ ਚਿੱਤਰ ਦਰਸ਼ਨ, ਕਿ ਗੁਰੂ ਸਾਹਿਬਾਂ ਦੇ ਸ਼ਹੀਦਾਂ ਦੇ ਚਿੱਤਰ ਵੇਖ ਕਰਕੇ ਸਾਨੂੰ ਉਹਨਾਂ ਦੀ ਯਾਦ ਆ ਜਾਵੇ। ਉਸ ਚਿੱਤਰ ਦਰਸ਼ਨ ਨੂੰ ਵੀ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਹੈ ਕਿ ਭਾਵੇਂ ਗੁਰਸਿੱਖੀ ਦੇ ਵਿੱਚ, ਗੁਰਬਾਣੀ ਦੇ ਵਿੱਚ ਮੂਰਤੀ ਪੂਜਾ ਨਹੀਂ ਹੈ, ਪਰ ਫਿਰ ਵੀ ਵਿਦਵਾਨ ਜਨ ਮੰਨਦੇ ਹਨ ਕਿ ਗੁਰੂ ਸਾਹਿਬਾਂ ਦੇ ਚਿੱਤਰ ਵੇਖ ਕਰਕੇ ਸਾਨੂੰ ਗੁਰੂਆਂ ਦੀ ਯਾਦ, ਉਹਨਾਂ ਦੇ ਜੀਵਨ ਬਾਰੇ ਜਾਣਕਾਰੀ ਹਾਸਲ ਹੁੰਦੀ ਹੈ। ਇਸ ਨੂੰ ਚਿੱਤਰ ਦਰਸ਼ਨ ਆਖਦੇ। ਇੱਕ ਦਰਸ਼ਨ ਨੇ ਸੁਪਨ ਦਰਸ਼ਨ, ਜਿਹੜੇ ਸਾਨੂੰ ਸੁਪਨੇ ਦੇ ਵਿੱਚ ਰਾਤ ਨੂੰ ਸੁਪਨਾ ਕੋਈ ਆਵੇ। ਕੋਈ ਵਿਰਲਾ ਐਸਾ ਗੁਰੂ ਕਾ ਸਿੱਖ ਹੋਵੇਗਾ ਜਿਹਨੂੰ ਰਾਤ ਨੂੰ ਸੁੱਤੇ ਪਿਆਂ ਵੀ ਗੁਰੂ ਦੇ ਦਰਸ਼ਨ ਹੋਣ, ਜਿਨ੍ਹਾਂ ਨੂੰ ਰਾਤ ਨੂੰ ਸੁਪਨਿਆਂ ਪਿਆਂ ਵੀ ਗੁਰੂ ਕੀ ਸੰਗਤ ਦੀ ਵਿਚਾਰਧਾਰਾ ਉਹਨਾਂ ਦੇ ਮਨ ਵਿੱਚ ਆਵੇ। ਸੁਪਨੇ ਦੇ ਵਿੱਚ ਵੀ ਉਹ ਗੁਰੂ ਘਰ ਦੇ ਵਿੱਚ ਬੈਠੇ ਹੋਣ, ਸੁਪਨੇ ਦੇ ਵਿੱਚ ਵੀ ਉਹ ਕਥਾ ਕੀਰਤਨ ਸਰਵਣ ਕਰਦੇ ਹੋਣ। ਇੱਕ ਦਰਸ਼ਨ ਉਹ ਨੇ, ਪਰ ਬਹੁਤ ਘੱਟ ਵਿਰਲਿਆਂ ਨੂੰ ਐਸੇ ਹੁੰਦੇ ਨੇ। ਇੱਕ ਦਰਸ਼ਨ ਹੈ ਪ੍ਰਤੱਖ ਦਰਸ਼ਨ, ਪ੍ਰਤੱਖ ਸਾਖਾਤ ਦਰਸ਼ਨ, ਜਿਹੜੇ ਗੁਰਬਾਣੀ ਦੇ ਵਿੱਚ ਜ਼ਿਕਰ ਆਉਂਦਾ ਹੈ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵੱਡ ਭਾਗਾ। ਉਹਨਾਂ ਨੂੰ ਪ੍ਰਤੱਖ ਦਰਸ਼ਨ ਹੋਏ ਨੇ, ਸਾਖਾਤ ਦਰਸ਼ਨ ਹੋਏ ਨੇ, ਉਹਨਾਂ ਦਾ ਵੀ ਜ਼ਿਕਰ ਆਉਂਦਾ ਹੈ। ਇੱਕ ਦਰਸ਼ਨ ਹੈ ਸ਼ਬਦ ਦਰਸ਼ਨ, ਗੁਰੂ ਸਾਹਿਬ ਜੀ ਦੇ ਸ਼ਬਦਾਂ ਦਾ ਵਿਚਾਰ ਕਰਨੀ, ਗੁਰੂ ਸਾਹਿਬ ਦੇ ਦਰਸਾਏ ਹੁਕਮ ਦੇ ਅਨੁਸਾਰ ਆਪਣਾ ਜੀਵਨ ਜਿਉਣਾ। ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜੀ ਜ਼ਿਕਰ ਕਰਦੇ ਹਨ, ਸਤਿਗੁਰੂ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ ਡਿਠੈ ਮੁਕਤ ਨਾ ਹੋਵਈ, ਜੇ ਚਿਰ ਸ਼ਬਦ ਨਾ ਕਰੇ ਵਿਚਾਰ। ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨੇ ਚੰਗੀ ਗੱਲ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨੇ ਭਾਗਾਂ ਵਾਲੇ ਜੀਵਾਂ ਨੂੰ ਨਸੀਬ ਹੁੰਦਾ ਹੈ। ਪ੍ਰਤੱਖ ਤੌਰ ਤੇ ਗੁਰੂ ਸਾਹਿਬ ਜੀ ਦੇ ਦਰਸ਼ਨ ਕੀ ਨੇ? ਗੁਰੂ ਸਾਹਿਬ ਜੀ ਦੇ ਪ੍ਰਤੱਖ ਤੌਰ ਤੇ ਦਰਸ਼ਨ ਹੈ ਗੁਰੂ ਦੁਆਰਾ ਦੱਸਿਆ ਹੋਇਆ ਜਿਹੜਾ ਮਾਰਗ ਹੈ, ਉਪਦੇਸ਼ ਹੈ, ਉਸ ਨੂੰ ਗ੍ਰਹਿਣ ਕਰਨਾ, ਉਸ ਨੂੰ ਆਪਣੇ ਜੀਵਨ ਦੇ ਵਿੱਚ ਲੈ ਕੇ ਆਉਣਾ, ਉਸ ਅਨੁਸਾਰ ਜੀਵਨ ਆਪਣਾ ਜਿਉਣਾ। ਜੋ ਗੁਰ ਕਹੇ ਸੋ ਕਾਰ ਕਮਾਏ ਜੀਓ, ਤਿਆਗੈ ਮਨ ਕੀ ਮਤੜੀ, ਵਿਸਾਰੈ ਦੂਜਾ ਭਾਉ ਜੀਓ, ਇਉ ਪਾਵੈ ਹਰ ਦਰਸਾਵੜਾ, ਨਹ ਲੱਗੇ ਤਤੀ ਵਾਓ ਜੀਓ। ਜੋ ਗੁਰ ਕਹੇ ਉਹ ਕਾਰ ਕਰਨੀ, ਜਿਸ ਕਾਰ ਨੂੰ ਕਰਨ ਵਾਸਤੇ ਗੁਰੂ ਆਖਦਾ ਹੈ, ਉਹ ਕੰਮ ਕਰਨੇ ਜਿਸ ਕੰਮ ਨੂੰ ਕਰਨ ਵਾਸਤੇ ਗੁਰੂ ਆਖਦਾ ਹੈ, ਉਹ ਕੁਝ ਖਾਣਾ ਜਿਸ ਨੂੰ ਖਾਣ ਵਾਸਤੇ ਗੁਰੂ ਆਖਦਾ, ਉਹ ਪਾਉਣਾ ਜਿਸ ਨੂੰ ਪਾਉਣ ਵਾਸਤੇ ਗੁਰੂ ਆਖਦਾ ਹੈ। ਪਰ ਅਸੀਂ ਖਾਣੇ ਵੀ ਉਹ ਹੈ ਜਿਹੜਾ ਸਾਡਾ ਮਨ ਕਹਿੰਦਾ ਹੈ। ਜੋ ਮੇਰਾ ਮਨ ਕਹਿੰਦਾ ਮੈਂ ਤਾਂ ਉਹ ਖਾਣਾ ਹੈ, ਜੋ ਮੇਰਾ ਮਨ ਕਹਿੰਦਾ ਹੈ ਮੈਂ ਤਾਂ ਉਹ ਪਾਉਣਾ ਹੈ, ਜੋ ਮੇਰਾ ਮਨ ਕਹਿੰਦਾ ਹੈ ਮੈਂ ਉਸ ਅਨੁਸਾਰ ਜਿਉਣਾ ਹੈ। ਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਤਿਆਗੈ ਮਨ ਕੀ ਮਤੜੀ, ਇਹ ਹੈ ਗੁਰੂ ਦਾ ਦਰਸ਼ਨ। ਗੁਰੂ ਦਾ ਦਰਸ਼ਨ ਸ਼ਬਦ ਦਰਸ਼ਨ ਦੇ ਰਾਹੀਂ ਗੁਰੂ ਕਾ ਸਿੱਖ ਮਨ ਦੀ ਮਤ ਤਿਆਗ ਦਵੇ। ਇਹ ਬਹੁਤ ਕਠਿਨ ਕਾਰਜ ਹੈ। ਮਨ ਕੀ ਮਤ ਤਿਆਗੋ ਹਰ ਜਨ, ਇਹ ਬਾਤ ਕਠੈਨੀ। ਬੜੀ ਔਖੀ ਗੱਲ ਹੈ ਕਿ ਅਸੀਂ ਆਪਣੀ ਮਨ ਦੀ ਮਤ ਤਿਆਗ ਕਰਕੇ ਗੁਰੂ ਦੀ ਮਤ ਨੂੰ ਗ੍ਰਹਿਣ ਕਰ ਲਈਏ। ਗੁਰੂ ਦੀ ਮਤ ਦੇ ਅਨੁਸਾਰ ਜਿਉਣਾ ਇਹ ਗੁਰਮੁਖਾਂ ਦਾ ਉਪਦੇਸ਼ ਹੈ। ਮਨਮੁਖ ਮਾਇਆ ਵੇੜੀ ਮਨੁੱਖ ਜਿਹੜੇ ਨੇ ਨਾ, ਉਹ ਆਪਣੀ ਮਤ ਦੇ ਰਾਹੀਂ ਔਗਣ ਇਕੱਠੇ ਕਰਦੇ ਨੇ ਤੇ ਗੁਣਾਂ ਦਾ ਤਿਆਗ ਕਰਦੇ ਰਹਿੰਦੇ ਨੇ। ਜਿਹੜੇ ਗੁਣ ਹੁੰਦੇ ਨੇ ਉਹਨਾਂ ਨੂੰ ਗ੍ਰਹਿਣ ਨਹੀਂ ਕਰਦੇ, ਜਿਹੜੇ ਔਗਣ ਨੇ ਉਹਨਾਂ ਨੂੰ ਗ੍ਰਹਿਣ ਕਰਦੇ ਨੇ। ਗੁਰਮੁਖ ਜਨ ਕੀ ਕਰਦੇ ਨੇ? ਗੁਰਮੁਖ ਜਨ ਜਿਹੜੇ ਨੇ ਉਹ ਔਗਣਾਂ ਦਾ ਤਿਆਗ ਕਰਦੇ ਰਹਿੰਦੇ ਨੇ ਤੇ ਗੁਣਾਂ ਦਾ ਸੰਗ੍ਰਹਿ ਕਰਦੇ ਰਹਿੰਦੇ ਨੇ, ਗੁਣਾਂ ਨੂੰ
ਇਕੱਠਿਆਂ ਕਰਦੇ ਰਹਿੰਦੇ। ਉਹਨਾਂ ਦੀ ਉਦਾਹਰਨ ਸਧਾਰਨ ਤੌਰ ਦੇ ਉੱਤੇ ਛੱਜ ਤੇ ਛਾਲਣੀ ਨਾ ਦਿੱਤੀ ਜਾਂਦੀ ਹੈ। ਛਾਨਣੀ ਤੁਹਾਡੇ ਸਾਰੇ ਘਰਾਂ ਵਿੱਚ ਹੁੰਦੀ ਆ। ਸੁਆਣੀਆਂ ਬੀਬੀਆਂ ਆਟਾ ਛਾਣਦੀਆਂ ਨੇ। ਕੀ ਕਰਦੀ ਹੈ ਛਾਨਣੀ? ਛਾਨਣੀ ਦੇ ਵਿੱਚ ਜਦੋਂ ਆਟਾ ਛਾਣਿਆ ਜਾਂਦਾ ਹੈ ਤੇ ਆਟਾ ਥੱਲੇ ਡਿੱਗਦਾ ਜਾਂਦਾ ਹੈ ਤੇ ਫੂਸ ਜਿਹੜਾ ਹੈ ਉਹ ਛਾਨਣੀ ਦੇ ਵਿੱਚ ਰਹਿੰਦਾ ਹੈ। ਮਾਇਆ ਵੇੜੀ ਮਨਮੁਖ ਮਨੁੱਖ ਐਸੇ ਸੁਭਾਅ ਦੇ ਹੁੰਦੇ ਨੇ ਜਿਹੜੇ ਔਗਣਾਂ ਦਾ ਸੰਗ੍ਰਹਿ ਕਰਦੇ ਰਹਿੰਦੇ ਨੇ, ਔਗਣ ਇਕੱਠੇ ਕਰਦੇ ਰਹਿੰਦੇ ਨੇ ਤੇ ਗੁਣ ਉਸ ਛਾਨਣੀ ਵਾਂਗ ਜਿਵੇਂ ਆਟਾ ਥੱਲੇ ਡਿੱਗਦਾ ਰਹਿੰਦਾ ਹੈ ਉਹ ਗੁਣਾਂ ਨੂੰ ਤਿਆਗਦੇ ਰਹਿੰਦੇ ਨੇ ਤੇ ਹਮੇਸ਼ਾ ਕਿਸੇ ਮਨੁੱਖ ਦੇ ਵਿੱਚ ਵੀ ਉਹ ਔਗਣ ਹੀ ਝਾਕਦੇ ਰਹਿੰਦੇ ਹਨ, ਗੁਣਾਂ ਦੇ ਨਾਲ ਸਾਂਝ ਨਹੀਂ ਪਾਉਂਦੇ। ਗੁਰਮੁਖ ਮਨੁੱਖ ਜਿਹੜੇ ਨੇ ਉਹ ਛੱਜ ਦੀ ਨਿਆਈ ਹੁੰਦੇ ਨੇ। ਛੱਜ ਦੇ ਨਾਲ ਸੁਆਣੀਆਂ ਬੀਬੀਆਂ ਜਦੋਂ ਦਾਣੇ ਛੱਟਿਆ ਕਰਦੀਆਂ ਨੇ ਨਾ, ਹੁਣ ਤਾਂ ਉਹ ਗੱਲਾਂ ਦੂਰ ਹੋ ਗਈਆਂ ਨੇ। ਛੱਜ ਦੇ ਨਾਲ ਜਦੋਂ ਬੀਬੀਆਂ ਸੁਆਣੀਆਂ ਦਾਣੇ ਛੱਟਦੀਆਂ ਨੇ ਤੇ ਛੱਜ ਕੀ ਕਰਦਾ ਹੈ? ਕੂੜ ਜਿਹੜਾ ਬਾਹਰ ਸੁੱਟੀ ਜਾਂਦਾ ਹੈ ਤੇ ਦਾਣੇ ਜਿਹੜੇ ਨੇ ਨਾ ਉਹ ਆਪਣੇ ਵੱਲ ਖਿੱਚੀ ਜਾਂਦਾ ਹੈ। ਇਹ ਗੁਰਮੁਖ ਦਾ ਸੁਭਾਅ ਹੁੰਦਾ ਹੈ। ਗੁਰਮੁਖ ਔਗਣਾਂ ਨੂੰ ਬਾਹਰ ਕੱਢੀ ਜਾਂਦਾ ਹੈ ਤੇ ਗੁਣਾਂ ਨੂੰ ਆਪਣੇ ਅੰਦਰ ਗ੍ਰਹਿਣ ਕਰੀ ਜਾਂਦਾ ਹੈ। ਜਿਹੜਾ ਗੁਰੂ ਕਾ ਸਿੱਖ ਨਿਤਾ ਪ੍ਰਤੀ ਬਾਣੀ ਪੜ੍ਹ ਕੇ ਆਪਣੇ ਅੰਦਰ ਇਹ ਅਨੁਭਵ ਕਰੇ, ਐਨਾਲਿਸਿਸ ਕਰੇ, ਜੇ ਉਹਦੇ ਗੁਣਾਂ ਦੇ ਵਿੱਚ ਵਾਧਾ ਹੋ ਰਿਹਾ ਹੈ, ਔਗਣ ਘਟ ਰਹੇ ਨੇ ਤੇ ਮੰਨ ਲਓ ਗੁਰੂ ਦੇ ਦਰਸ਼ਨ ਕੀਤੇ ਸਫਲ ਨੇ। ਜੇ ਗੁਣਾਂ ਦੇ ਵਿੱਚ ਵਾਧਾ ਹੋ ਰਿਹਾ ਹੈ, ਔਗਣਾਂ ਦੀ ਗਿਣਤੀ ਘਟਦੀ ਜਾ ਰਹੀ ਹੋਵੇ ਤੇ ਗੁਣ ਵਧਦੇ ਜਾਂਦੇ ਹੋਣ ਤਾਂ ਸਮਝ ਲੈਣਾ ਕਿ ਪੜ੍ਹੀ ਗਈ ਬਾਣੀ ਸਫਲ ਹੋ ਰਹੀ ਹੈ, ਕੀਤਾ ਗਿਆ ਨਿਤਨੇਮ ਸਫਲ ਹੋ ਰਿਹਾ ਹੈ, ਕੀਤਾ ਗਿਆ ਸਿਮਰਨ ਸਫਲ ਹੋ ਰਿਹਾ ਹੈ। ਸਤਿਗੁਰੂ ਜੀ ਇਹ ਸਮਝਾਵਨਾ ਕਰਦੇ ਹਨ, ਜਿਹੜੇ ਐਸੇ ਸੁਭਾਅ ਦੇ ਗੁਰੂ ਕੇ ਸਿੱਖ ਹੁੰਦੇ ਨੇ ਉਹਨਾਂ ਦਾ ਸੁਭਾਵ ਤੌਰ ਤੇ ਮਨ ਜਿਹੜਾ ਹੁੰਦਾ ਗੁਰੂ ਨਾਲ ਜੁੜਿਆ ਹੁੰਦਾ। ਉਹ ਆਪ ਵੀ ਜੁੜਦੇ ਨੇ ਤੇ ਹੋਰਨਾਂ ਨੂੰ ਵੀ ਗੁਰੂ ਦੇ ਉਪਦੇਸ਼ ਦੇ ਨਾਲ, ਗੁਰੂ ਸ਼ਬਦ ਦੇ ਨਾਲ ਜੋੜਨਾ ਕਰਦੇ ਨੇ। ਜਿਹੜੇ ਗੁਰੂ ਦੇ ਉਪਦੇਸ਼ ਨੂੰ ਆਪਣੇ ਮਨ ਦੇ ਅੰਦਰ ਗ੍ਰਹਿਣ ਕਰਕੇ ਵਸਾ ਕਰਕੇ ਆਪ ਜੁੜਦੇ ਨੇ ਤੇ ਦੂਜਿਆਂ ਨੂੰ ਜੋੜਦੇ ਨੇ, ਉਹਨਾਂ ਨੂੰ ਗੁਰੂ ਦੇ ਘਰ ਵਿੱਚ ਗੁਰੂ ਦੇ ਦਰ ਦੇ ਉੱਤੇ ਮਾਣ ਤੇ ਸਤਿਕਾਰ ਮਿਲਦਾ ਹੈ। ਜਿਹੜੇ ਆਪ ਵੀ ਨਹੀਂ ਜੁੜੇ ਤੇ ਜੁੜਿਆਂ ਨੂੰ ਤੋੜਨ ਦਾ ਵੀ ਯਤਨ ਕਰਦੇ ਰਹਿੰਦੇ ਨੇ, ਉਹਨਾਂ ਦਾ ਨਰਾਦਰ ਹੁੰਦਾ ਹੈ, ਪੈਰਾਂ ਵਿੱਚ ਰੁਲਦੇ ਨੇ। ਐਸਾ ਹੀ ਸਵਾਲ ਇੱਕ ਦਿਨ ਕੈਂਚੀ ਤੇ ਸੂਈ ਦੇ ਵਿੱਚ ਵਾਦ ਵਿਵਾਦ ਖੜਾ ਹੋ ਗਿਆ। ਕੈਂਚੀ ਸੂਈ ਨੂੰ ਸੰਬੋਧਨ ਕਰਕੇ ਆਖਦੀ ਹੈ, ਕੈਂਚੀ ਕਹਿੰਦੀ ਹੈ ਸੂਈ ਨੂੰ, ਭੈਣੇ ਤੇਰਾ ਆਕਾਰ ਵੀ ਛੋਟਾ ਹੈ, ਤੇਰਾ ਆਕਾਰ ਛੋਟਾ ਹੈ, ਤੇਰਾ ਆਕਾਰ ਵੀ ਛੋਟਾ ਹੈ, ਤੇਰਾ ਭਾਰ ਵੀ ਛੋਟਾ ਹੈ, ਮੇਰਾ ਆਕਾਰ ਵੀ ਵੱਡਾ ਹੈ, ਮੇਰਾ ਭਾਰ ਵੀ ਵੱਡਾ ਹੈ। ਪਰ ਕੀ ਗੱਲ ਹੈ, ਕੀ ਕਾਰਨ ਹੈ? ਜਦੋਂ ਤੁਸੀਂ ਕਦੇ ਟੇਲਰ ਮਾਸਟਰ ਦੀ ਦੁਕਾਨ ਤੇ ਜਾਵੋ ਨਾ ਤੇ ਵੇਖਣਾ ਉਹ ਟੇਲਰ ਮਾਸਟਰ ਜਿਹੜਾ ਸੂਈ ਆ ਨਾ ਉਹ ਆਪਣੀ ਪੱਗ ਦੇ ਵਿੱਚ ਟੰਗ ਕੇ ਰੱਖਦਾ, ਇੱਥੇ ਟੰਗਦਾ ਹੈ, ਤੇ ਜਿਹੜੀ ਕੈਂਚੀ ਹੁੰਦੀ ਆ ਨਾ ਉਹ ਪੈਰਾਂ ਵਿੱਚ ਰੱਖੀ ਹੁੰਦੀ ਹੈ। ਉਹਨੂੰ ਕਦੇ ਇੱਥੇ ਨਹੀਂ ਰੱਖਦਾ, ਪੈਰਾਂ ਵਿੱਚ ਰੱਖਦਾ ਹੈ। ਕੈਂਚੀ ਪੁੱਛਦੀ ਹੈ ਭੈਣੇ ਸੂਈ ਨੂੰ, ਤੂੰ ਆਕਾਰ ਵਿੱਚ ਵੀ ਛੋਟੀ ਹੈ, ਤੂੰ ਭਾਰ ਵਿੱਚ ਵੀ ਛੋਟੀ ਹੈ, ਮੈਂ ਆਕਾਰ ਵਿੱਚ ਵੀ ਵੱਡੀ ਹਾਂ, ਮੈਂ ਭਾਰ ਵਿੱਚ ਵੀ ਵੱਡੀ ਹਾਂ, ਪਰ ਕੀ ਗੱਲ ਹੈ? ਆ ਟੇਲਰ ਮਾਸਟਰ ਤੈਨੂੰ ਸਿਰ ਦੇ ਤਾਜ ਦੇ ਉੱਤੇ ਰੱਖਦਾ ਹੈ ਤੇ ਮੈਨੂੰ ਪੈਰਾਂ ਦੇ ਵਿੱਚ ਰੋਲਦਾ ਹੈ, ਇਹਦਾ ਕਾਰਨ ਕੀ ਆ ਮੈਨੂੰ ਦੱਸ। ਸੂਈ ਆਖਦੀ ਹੈ ਭੈਣੇ ਇੱਥੇ ਭਾਰ ਤੇ ਆਕਾਰ ਦੀ ਗੱਲ ਕੋਈ ਨਹੀਂ ਹੈ, ਇੱਥੇ ਜੋੜਨ ਵਾਲਿਆਂ ਦੀ ਗੱਲ ਹੈ। ਕਹਿੰਦੀ ਭਾਵਾਂ ਮੈਂ ਆਕਾਰ ਵਿੱਚ ਛੋਟੀ ਆ, ਭਾਰ ਵਿੱਚ ਛੋਟੀ ਆ, ਸੂਈ ਦਾ ਕੰਮ ਕੀ ਹੁੰਦਾ ਹੈ? ਸੂਈ ਦਾ ਕੰਮ ਹੁੰਦਾ ਪਾਟੇ ਨੂੰ ਸੀ ਦੇਣਾ। ਮੇਰਾ ਕੰਮ ਹੈ ਜਿਹੜਾ ਪਾਟਿਆ ਹੈ, ਜਿਹੜਾ ਟੁੱਟਿਆ ਹੈ, ਮੈਂ ਉਹਨੂੰ ਜੋੜ ਦਿੰਨੀ ਹਾਂ। ਤੂੰ ਕੈਂਚੀ ਹੈ, ਤੂੰ ਭਾਰੀ ਤਾਂ ਜ਼ਰੂਰ ਹੈ ਪਰ ਤੂੰ ਕੱਟਦੀ ਹੈ, ਜੋੜਦੀ ਨਹੀਂ। ਤੇਰਾ ਕੰਮ ਪਾੜਨਾ ਹੈ। ਤੂੰ ਦਮੂਈ ਹੈ, ਮੈਂ ਇੱਕ ਮੂੰਹ ਵਾਲੀ ਹਾਂ, ਮੇਰਾ ਇੱਕ ਮੂੰਹ ਹੈ, ਤੇਰੇ ਦੋ ਮੂੰਹ ਨੇ। ਇਸ ਕਰਕੇ ਜਿਹੜੇ ਦਮੂਹੇ ਹੁੰਦੇ ਨੇ, ਜਿਹੜੇ ਪਾੜਦੇ ਨੇ ਉਹ ਪੈਰਾਂ ਵਿੱਚ ਹੀ ਰੁਲਦੇ ਨੇ, ਜਿਹੜੇ ਜੋੜਦੇ ਨੇ ਉਹ ਸਿਰ ਦੇ ਤਾਜ ਹੋਇਆ ਕਰਦੇ ਨੇ। ਸਤਿਗੁਰੂ ਜੀ ਇਸ ਕਰਕੇ ਸਾਨੂੰ ਸਮਝਾ ਰਹੇ ਨੇ ਕਿ ਕਿਵੇਂ ਸੁੱਖ ਹੋਣਗੇ, ਕਿਵੇਂ ਜ਼ਿੰਦਗੀ ਦੇ ਵਿੱਚ ਆਨੰਦ ਆਵੇਗਾ। ਆਓ ਅੱਜ ਦੇ ਇਸ ਪਾਵਨ ਵਚਨ ਵਿੱਚ ਸਰਵਣ ਕਰੀਏ। ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ
ਬਖਸ਼ਿਸ਼ ਕਰਦੇ ਹਨ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਚੌਥਾ। ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ। ਮੇਰੇ ਸ਼ਾਹ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆ ਸੋਹੀ ਹੈ। ਜਿਹਦੇ ਕੋਲ ਬੈਠਿਆ ਸੋਹਣੇ ਲੱਗੀਦਾ ਹੈ। ਸੱਚ ਜਾਣਿਓ, ਗੁਰੂ ਸਾਹਿਬ ਜੀ ਇਹ ਫਰਮਾਵਨਾ ਕਰਦੇ ਹਨ, ਜਿਹਦੇ ਕੋਲ ਬੈਠਿਆ ਸੁੰਦਰ ਲੱਗੀਏ। ਤੁਸੀਂ ਸਾਰੇ ਗੁਰੂ ਨੂੰ ਬਹੁਤ ਸੋਹਣੇ ਲੱਗ ਰਹੇ ਹੋ। ਕਿਉਂ? ਤੁਸੀਂ ਗੁਰੂ ਦੇ ਕੋਲ ਬੈਠੇ ਹੋ, ਗੁਰੂ ਦੀ ਗੋਦੀ ਵਿੱਚ ਬੈਠੇ ਹੋ। ਸਭਨਾ ਦਾਵੇ ਸਾਹੋ। ਸਤਿਗੁਰੂ ਜੀ ਨੂੰ ਪੁੱਛਿਆ ਸੀ ਕਿ ਤੁਹਾਨੂੰ ਸਾਰਿਆਂ ਤੋਂ ਸੋਹਣਾ ਕੌਣ ਲੱਗਦਾ ਹੈ ਤੇ ਸੁੰਦਰ ਕੌਣ ਲੱਗਦਾ ਹੈ? ਸਹੀ ਸੁੰਦਰ ਸੋਹਣੇ ਸਾਧ ਸੰਗ ਜੇ ਬਹਿਣੇ। ਉਹ ਦੁਨੀਆ ਤੋਂ ਸਾਰੇ ਸੋਹਣੇ ਮਨੁੱਖ ਨੇ, ਸਾਰਿਆਂ ਤੋਂ ਸੁੰਦਰ ਮਨੁੱਖ ਨੇ ਜਿਹੜੇ ਗੁਰੂ ਦੀ ਸੰਗਤ ਵਿੱਚ ਆ ਕਰਕੇ ਬੈਠਦੇ ਨੇ। ਮੇਰੇ ਸ਼ਾਹ ਤੂੰ ਮੇਰਾ ਸ਼ਾਹ ਹੈ, ਤੂੰ ਮੇਰੇ ਸ਼ਾਹਾਂ ਦਾ ਸ਼ਾਹ ਹੈ। ਮੈਂ ਹਰ ਦਰਸ਼ਨ ਸੁਖ ਹੋਏ। ਤੇਰਾ ਦਰਸ਼ਨ ਕਰਕੇ ਮੈਨੂੰ ਸੁੱਖ ਮਿਲਦੇ ਨੇ, ਸੁੱਖ ਪ੍ਰਾਪਤ ਹੁੰਦੇ ਨੇ। ਸੁੱਖ ਕਿਹਨੂੰ ਆਖਦੇ ਹਨ? ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ। ਗੁਰਬਾਣੀ ਨੇ ਫੈਸਲਾ ਕਰ ਦਿੱਤਾ ਹੈ ਕਿ ਸਾਰਾ ਸੰਸਾਰ ਵੇਖ ਲਿਆ, ਪਰ ਨਾਮ ਤੋਂ ਬਗੈਰ ਸੁੱਖ ਨਹੀਂ ਜੇ ਮਿਲਦੇ। ਕਬੀਰ ਸਾਹਿਬ ਜੀ ਨੂੰ ਪੁੱਛਿਆ ਸੀ ਕਿ ਦੁਨੀਆ ਦੇ ਵਿੱਚ ਸਾਰਿਆਂ ਤੋਂ ਸੁਖੀ ਮਨੁੱਖ ਕੌਣ ਹੈ? ਤੇ ਅਸੀਂ ਆਖ ਦੇਣਾ ਸੀ ਜਿਹਦੇ ਕੋਲ ਬਹੁਤ ਧਨ ਹੋਵੇ ਉਹ ਸਭ ਤੋਂ ਸੁਖੀ ਮਨੁੱਖ ਹੋਵੇਗਾ। ਪਰ ਕੌਣ ਕਵੇ ਕਿ ਸੁਖ ਨਾਹੀ ਰੇ ਬਹੁਤਾ ਧਨ ਖਾਟੇ। ਜਦੋਂ ਗੁਰਬਾਣੀ ਨੇ ਇਹ ਨਿਰਣਾ ਦੇ ਦਿੱਤਾ, ਫੈਸਲਾ ਦੇ ਦਿੱਤਾ, ਧਨ ਗੁਜਰਾਨ ਹੈ, ਮਾਇਆ ਗੁਜਰਾਨ ਤੱਕ ਤਾਂ ਗੱਲ ਰਹੇ। ਪਰ ਜਦੋਂ ਸਾਡੀ ਦੌੜ ਇਹ ਲੱਗ ਗਈ ਹੈ ਕਿ ਸਹਿਸ ਖੱਟੇ ਲੱਖ ਕੋ ਉਠ ਧਾਵੈ, ਤ੍ਰਿਪਤ ਨਾ ਆਵੈ, ਮਾਇਆ ਪਾਛੇ ਪਾਵੈ। ਦੌੜ ਲੱਗ ਗਈ। ਮਾਇਆ ਦੇ ਨਾਲ ਸੁੱਖ ਨਹੀਂ ਜੇ ਮਿਲਣੇ। ਜੇ ਆਖੀਏ ਬਹੁਤ ਬਹੁਤ ਵੱਡੇ ਘਰਾਂ ਮਹਿਲਾਂ ਦੇ ਵਿੱਚ ਰਹਿਣ ਵਾਲਿਆਂ ਨੂੰ ਸੁੱਖ ਹੈ ਤੇ ਪੁੱਛ ਲਿਓ ਜਾ ਕੇ ਉਹਨਾਂ ਦੇ ਘਰ ਕੀ ਵਰਤਦਾ ਹੈ। ਜੇ ਕਹੀਏ ਸੰਸਾਰੀ ਤੌਰ ਦੇ ਉੱਤੇ ਵੱਡੇ ਵੱਡੇ ਰੁਤਬੇ ਹਾਸਲ ਹੋ ਜਾਣ ਤੇ ਉਥੇ ਸੁੱਖ ਹੋ ਜਾਵੇਗਾ। ਵੱਡੇ ਵੱਡੇ ਰਾਜਨ ਅਰ ਭੂਮਣ ਤਾਂ ਕਿ ਤ੍ਰਿਸ਼ਨ ਨਾ ਬੁਝੀ, ਸੁਖੀ ਉਹ ਵੀ ਨਹੀਂ। ਫਿਰ ਕਬੀਰ ਸਾਹਿਬ ਜੀ ਨੂੰ ਪੁੱਛਿਆ ਸੀ ਕਿ ਸੰਸਾਰ ਦੇ ਵਿੱਚ ਸਾਰਿਆਂ ਤੋਂ ਸੁਖੀ ਮਨੁੱਖ ਕੌਣ ਹੈ? ਤਾਂ ਉਹਨਾਂ ਨੇ ਆਪਣੀ ਬਾਣੀ ਦੇ ਵਿੱਚ ਉਚਾਰਨ ਕਰਕੇ ਆਖਿਆ, ਤੁਸੀਂ ਵੀ ਰਸਨਾ ਪਵਿੱਤਰ ਕਰੋ। ਕਬੀਰ ਹਰ ਕਾ ਸਿਮਰਨ ਜੋ ਕਰੇ, ਹਰ ਕਾ ਸਿਮਰਨ ਜੋ ਕਰੇ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਹਰ ਕਾ ਸਿਮਰਨ ਜੋ ਕਰੈ, ਹਰ ਕਾ ਸਿਮਰਨ ਜੋ ਕਰੈ। ਸੋ ਸੁਖੀਆ ਸੰਸਾਰ, ਸੋ ਸੁਖੀਆ ਸੰਸਾਰ। ਪਤਾ ਲੱਗ ਗਿਆ ਨਾ ਹੁਣ ਕਿ ਸੁਖੀ ਕੌਣ ਹੈ। ਸੁਖੀ ਕੌਣ ਹੈ, ਦੁਖੀ ਕੌਣ ਹੈ। ਦੁੱਖ ਕਿੱਥੇ ਆਉਂਦੇ ਨੇ? ਪਾਤਸ਼ਾਹੀ ਦੀ ਬਾਣੀ ਦਾ ਫਰਮਾਨ, ਹਰ ਬਿਸਰਤ ਸਦਾ ਖੁਆਰੀ। ਜਿਨ੍ਹਾਂ ਨੂੰ ਰੱਬ ਭੁੱਲ ਜਾਵੇ, ਪਰਮਾਤਮਾ ਭੁੱਲ ਜਾਵੇ, ਗੁਰੂ ਭੁੱਲ ਜਾਵੇ, ਉੱਥੇ ਦੁੱਖ ਆਉਂਦੇ ਨੇ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ
ਰੋਗ ਸੁੱਖ ਆਉਂਦੇ ਨੇ ਉੱਥੇ ਜਿੱਥੇ ਸਿਮਰਨ ਹੋਵੇ। ਤੁਸੀਂ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਵੀ ਪੜ੍ਹਦੇ ਹੋ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਕਲਾ ਕਲੇਸ਼, ਘਰ ਦੇ ਵਿੱਚ ਕਲਾ ਕਲੇਸ਼ ਹੈ, ਅੰਦਰ ਕਲਾ ਕਲੇਸ਼ ਹੈ, ਮਿਟ ਜਾਏਗੀ ਕਾਦੇ ਨਾਲ? ਸਿਮਰਨ ਦੇ ਨਾਲ। ਸਤਿਗੁਰੂ ਜੀ ਸਮਝਾਵਨਾ ਕਰਦੇ ਹਨ, ਮੇਰੇ ਸ਼ਾਹ ਤੇਰੇ ਦਰਸ਼ਨ ਕਰਨ ਦੇ ਨਾਲ, ਤੇਰੇ ਸ਼ਬਦ ਦੀ ਵਿਚਾਰ ਧਾਰਾ ਕਰਨ ਦੇ ਨਾਲ, ਤੇਰੇ ਦਰਸਾਏ ਹੋਏ ਫਰਮਾਨ ਦੇ ਅਨੁਸਾਰ ਜੀਵਨ ਜਿਉਣ ਦੇ ਨਾਲ ਹਰ ਦਰਸ਼ਨ ਸੁਖ ਹੋਏ। ਹਮਰੀ ਬੇਦਨ ਤੂ ਜਾਨਤਾ ਸਾਹਾ, ਅਵਰ ਕਿਆ ਜਾਨ ਕੋਏ। ਹਮਰੀ ਬੇਦਨ ਤੂੰ ਜਾਣਤਾ ਸਾਹਾ, ਅਵਰ ਕਿਆ ਜਾਣੈ ਕੋਈ। ਗੁਰੂ ਦੇ ਦਰਸ਼ਨ ਭਾਗਾਂ ਵਾਲੇ ਹਨ ਉਹ ਗੁਰੂ ਕੇ ਸਿੱਖ, ਜਿਹੜੇ ਜਿੰਨਾ ਚਿਕਰ ਗੁਰੂ ਦੇ ਦਰਸ਼ਨ ਨਹੀਂ ਨਾ ਕਰ ਲੈਂਦੇ ਗੁਰੂ ਗ੍ਰੰਥ ਸਾਹਿਬ ਜੀ ਦੇ, ਉਹਨਾਂ ਚਿਕਰ ਆਪਣੇ ਮੁਖ ਦੇ ਵਿੱਚ ਕੁਝ ਨਹੀਂ ਜੇ ਪਾਉਂਦੇ, ਕੁਝ ਨਹੀਂ ਜੇ ਪਾਉਂਦੇ। ਮਹਾਰਾਜ ਰਣਜੀਤ ਸਿੰਘ ਸ਼ੇਰੇ ਪੰਜਾਬ, ਜਿਨ੍ਹਾਂ ਦੀ ਅੱਜ ਬਰਸੀ ਮਨਾਈ ਜਾ ਰਹੀ ਹੈ, ਉਹਨਾਂ ਦਾ ਸੁਭਾਅ ਸੀ, ਉਹਨਾਂ ਨੇ ਆਪਣੇ ਘਰ ਦੇ ਵਿੱਚ ਸਭ ਤੋਂ ਉੱਪਰ ਬਹੁਤ ਸੁੰਦਰ ਅਸਥਾਨ ਬਣਾ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ਮਾਨ ਕੀਤਾ ਹੋਇਆ ਸੀ। ਤੇ ਨਿਤਾ ਪ੍ਰਤੀ ਆਪਣਾ ਕੋਈ ਵੀ ਕਾਰਜ ਆਰੰਭ ਕਰਨ ਤੋਂ ਪਹਿਲਾਂ ਇਸ਼ਨਾਨ ਪਾਣੀ ਕਰਕੇ ਤਿਆਰ ਬਰ ਤਿਆਰ ਹੋ ਕਰਕੇ ਆਪਣੇ ਸਾਰੇ ਸ਼ਾਸਤਰ ਤਨ ਤੇ ਪਹਿਨ ਕਰਕੇ, ਜਿੰਨਾ ਚੱਕਰ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਨਹੀਂ ਸਨ ਕਰ ਲੈਂਦੇ, ਉਹਨਾਂ ਚੱਕਰ ਆਪਣੇ ਮਹੱਲਾਂ ਤੋਂ ਬਾਹਰ ਨਹੀਂ ਸਨ ਨਿਕਲਦੇ। ਪਰ ਸਾਡੀ ਕੀ ਦਸ਼ਾ ਹੈ? ਸਾਡੀ ਦਸ਼ਾ ਕੈਸੀ ਹੈ? ਅਸੀਂ ਕਈ ਵਾਰੀ ਤਾਂ ਮਹੀਨਿਆਂ ਬੱਧੀ ਸਾਡੇ ਲੰਘ ਜਾਂਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕੀਤੇ ਆ। ਹਮਰੀ ਬੇਦਨ ਤੂੰ ਜਾਣਤਾ ਮੇਰੇ ਸਾਹਾ, ਅਵਰ ਕਿਆ ਜਾਣੈ ਕੋਈ। ਇਹ ਤਾਂ ਕੋਈ ਵਿਰਲਾ ਉਹੀ ਦੱਸ ਸਕਦਾ ਨਾ ਜਿਨ੍ਹਾਂ ਨੂੰ ਦਰਸ਼ਨਾਂ ਦੀ ਤਾਂਘ ਹੋਵੇ, ਜਿਹੜੇ ਇਹ ਗੱਲ ਕਹਿਣ, ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤਰਕ ਕੀ ਨਿਆਈ। ਮੈਂ ਰਹਿਣ ਨਾ ਵਿਹਾਵੈ ਨੀਂਦ ਨਾ ਆਵੈ, ਬਿਨ ਦੇਖੇ ਗੁਰ ਦਰਬਾਰੇ ਜੀਓ। ਅੱਜ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਨਹੀਂ ਹੋਏ, ਅੱਜ ਸੁੱਤੇ ਕਿੱਦਾਂ ਗਏ? ਅੱਜ ਕਿੰਨੀਆਂ ਦਿਨ ਦੇ ਰਾਤਾਂ, ਕਿੰਨੀਆਂ ਪਹਿਰ ਗੁਰੂ ਦੇ ਦਰਸ਼ਨ ਕੀਤੇ ਬਗੈਰ ਲੰਘ ਗਏ ਨੇ। ਸਤਿਗੁਰੂ ਜੀ ਫਰਮਾਵਨਾ ਕਰਦੇ ਹਨ, ਇੱਕ ਘੜੀ ਨਾ ਮਿਲਤੇ। ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਜਦੋਂ ਲਾਹੌਰ ਦੀ ਧਰਤੀ ਤੇ ਚਲ ਗਏ ਨੇ ਤੇ ਵਿਰਾਗਮਈ ਅਵਸਥਾ ਵਿੱਚ ਨੇ, ਵਾਰ-ਵਾਰ ਸਤਿਗੁਰੂ ਜੀ ਦੇ ਚਰਨਾਂ 'ਚ ਬੇਨਤੀਆਂ ਕਰਦੇ ਨੇ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀ ਐ ਪ੍ਰੈ ਤੁਧ ਭਗਵੰਤਾ। ਮੋਇ ਰਹਿਣ ਨਾ ਬਿਹਾਵੈ ਨੀਂਦ ਨਾ ਆਵੈ, ਬਿਨ ਦੇਖੈ ਗੁਰ ਦਰਬਾਰੇ ਜੀ। ਐਦਾਂ ਦੀ ਅਵਸਥਾ ਬਣ ਗਈ। ਹਮਰੀ ਬੇਦਨ ਤੂੰ ਜਾਣਤਾ ਮੇਰੇ ਸ਼ਾਹ, ਹੇ ਮੇਰੇ ਸ਼ਾਹ, ਮੇਰੇ ਅੰਦਰ ਦੀ ਪੀੜਾ ਤੂੰ ਜਾਣਦਾ ਹੈ। ਗੁਰੂ ਨਾਨਕ ਦੇ ਮਹਾਰਾਜ ਪਾਤਸ਼ਾਹ ਜੀ, ਜਿਨ੍ਹਾਂ ਨੂੰ ਪ੍ਰਮਾਤਮਾ ਦੇ ਨਾਲ ਜਦੋਂ ਲਿਵ ਲੱਗ ਗਈ, ਸੁਰਤੀਆਂ ਬਿਰਤੀਆਂ ਜੁੜ ਗਈਆਂ, ਘਰ ਦੇ ਵਿੱਚ ਵਿਰਾਗਮਈ ਅਵਸਥਾ ਵਿੱਚ ਰਹਿੰਦੇ ਨੇ ਤੇ ਆਪਣੇ ਮੰਜੇ ਦੇ ਉੱਤੇ ਆਰਾਮ ਕਰਦੇ ਨੇ। ਜਿਨ੍ਹਾਂ ਦੇ ਅੰਦਰ ਵੇਦਨ ਹੋਵੇ ਉਹਨਾਂ ਦੀ ਭੁੱਖ ਵੀ ਮਰ ਜਾਂਦੀ ਹੈ, ਉਹਨਾਂ ਦੀ ਪਿਆਸ ਵੀ ਮਰ ਜਾਂਦੀ ਹੈ, ਉਹਨਾਂ ਦੀ ਨੀਂਦ ਵੀ ਖਤਮ ਹੋ ਜਾਂਦੀ ਹੈ। ਪਰ ਜਿਨ੍ਹਾਂ ਨੂੰ ਦਰਸ਼ਨਾਂ ਦੀ ਤਾਂਘ ਨਾ ਹੋਵੇ, ਉਹ ਰੱਜ ਕੇ ਖਾਂਦੇ ਵੀ ਨੇ ਤੇ ਰੱਜ ਕੇ ਸੌਂਦੇ ਵੀ ਨੇ। ਪਰ ਧੰਨ ਹਨ ਗੁਰੂ ਨਾਨਕ ਦੇ ਮਹਾਰਾਜ ਪਾਤਸ਼ਾਹ ਜੀ। ਮਾਤਾ ਜੀ ਨੇ ਸੋਚਿਆ, ਪੁੱਤਰ ਕਈ ਦਿਨਾਂ ਤੂੰ ਭੋਜਨ ਘੱਟ ਛਕਦਾ ਹੀ ਨਹੀਂ ਜੇ, ਨਾ ਸੌਂਦਾ ਹੈ, ਨਾ ਖਾਂਦਾ ਹੈ, ਨਾ ਪੀਂਦਾ ਹੈ। ਕਿਉਂ ਨਾ ਹੋਵੇ ਕਿਸੇ ਵੈਦ ਨੂੰ ਬੁਲਾਇਆ ਜਾਵੇ। ਵੈਦ ਬੁਲਾਇਆ, ਵੈਦਗੀ ਪਕੜ ਢੰਡੋਲੇ ਬਾਂਹ, ਵੈਦ ਬੁਲਾ ਲਿਆ। ਵੈਦ ਉਹਨਾਂ ਸਮਿਆਂ ਦੇ ਵਿੱਚ ਜਦੋਂ ਕਿਸੇ ਮਰੀਜ਼ ਨੂੰ ਵੇਖਦੇ ਸਨ ਤਾਂ ਨਬਜ ਵੇਖ ਕੇ ਦੱਸਦੇ ਹੁੰਦੇ ਸੀ ਕਿ ਇਹਨੂੰ ਰੋਗ ਕੀ ਹੈ, ਇਹਨੂੰ ਬਿਮਾਰੀ ਕੀ ਹੈ। ਹੁਣ ਵੈਦ ਆ ਗਿਆ ਘਰ ਦੇ ਵਿੱਚ, ਗੁਰੂ ਨਾਨਕ ਸਾਹਿਬ ਜੀ ਦੀ ਨਬਜ ਫੜ ਲਈ, ਕਹਿੰਦਾ ਮੈਂ ਦੱਸ ਸਕਾਂਗਾ ਇਸ ਨੂੰ ਕੀ ਰੋਗ ਹੈ। ਭੋਲਾ ਵੈਦ ਨਾ ਜਾਣੀ, ਕਰਕ ਕਰੇਜੇ ਮਾਹੇ। ਸਤਿਗੁਰੂ ਜੀ ਫਰਮਾਵਨਾ ਕਰਦੇ ਨੇ ਵੈਦ ਨੂੰ, ਉਹ ਵੈਦਾ ਤੈਨੂੰ ਕੀ ਪਤਾ ਮੈਨੂੰ ਕਿਹੜਾ ਰੋਗ ਲੱਗਾ ਹੋਇਆ ਹੈ? ਮੈਨੂੰ ਉਹ ਰੋਗ ਨਹੀਂ ਲੱਗਾ ਜਿਹਦੀ ਦਵਾਈ ਦੇਣ ਵਾਸਤੇ ਤੂੰ ਆਇਆ ਹੈ, ਮੈਨੂੰ ਤਾਂ ਉਹ ਰੋਗ ਲੱਗਾ ਹੈ। ਮੈਂ ਕਈ ਜਨਮਾਂ ਤੋਂ ਉਸ ਕਾਲਪੁਰ ਪਰਮਾਤਮਾ ਦੇ ਨਾਲੋਂ ਵਿਛੜਿਆ ਹੋਇਆ, ਉਹਦੇ ਦਰਸ਼ਨ ਕਰਨ ਦੀ ਤਾਂਘ ਹੈ। ਹਮਰੀ ਬੇਦਨ ਤੂੰ ਜਾਣਤਾ ਮੇਰੇ ਸ਼ਾਹ, ਅਵਰ ਕਿਆ
ਜਾਣੈ ਕੋਇ। ਰਹਾਉ ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ, ਤੇਰਾ ਕੀਆ ਸੱਚ ਸਭ ਹੋਏ। ਸਾਚਾ ਸਾਹਿਬ, ਸਾਚਾ ਦਾ ਭਾਵ ਹੈ ਜਿਹੜਾ ਸਦੀਵੀ ਕਾਲ ਵਾਸਤੇ ਸਥਿਰ ਹੈ, ਜਿਹੜਾ ਆਦ ਸੱਚ ਹੈ, ਜੁਗਾਦ ਸੱਚ ਹੈ ਵੀ ਸੱਚ ਹੈ, ਉਸ ਸਾਚੇ ਦੀ ਗੱਲ ਕੀਤੀ ਜਾ ਰਹੀ ਹੈ। ਅਸੀਂ ਕੱਲ ਨਹੀਂ ਸੀ, ਅਸੀਂ ਕੱਲ ਨਹੀਂ ਸੀ, ਅੱਜ ਹਾਂ ਤੇ ਕੱਲ ਨਹੀਂ ਹੋਵਾਂਗੇ। ਪ੍ਰਮਾਤਮਾ ਕੱਲ ਵੀ ਸੀ, ਅੱਜ ਵੀ ਹੈ ਤੇ ਕੱਲ ਵੀ ਹੋਵੇਗਾ। ਜਿਹੜਾ ਕੱਲ ਵੀ ਸੀ, ਅੱਜ ਵੀ ਹੈ ਤੇ ਕੱਲ ਵੀ ਹੋਵੇਗਾ, ਉਹ ਸੱਚ ਹੈ ਸਦੀਵੀ ਕਾਲ ਵਾਸਤੇ। ਤੇ ਸਾਹਿਬ, ਸਾਹਿਬ ਕਿਹਨੂੰ ਆਖਦੇ ਆ? ਜਿਹੜਾ ਵੱਡੇ ਰੁਤਬੇ ਤੇ ਕੋਈ ਅਫਸਰ ਹੋਵੇ ਉਸ ਨੂੰ ਆਖਦੇ ਆ ਸਾਡਾ ਸਾਹਿਬ ਹੈ। ਇਹ ਸਾਹਿਬ ਆਏ ਨੇ ਸਾਡੇ। ਸੱਚ ਜਾਣਿਓ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਫਿਰ ਸਾਡਾ ਸਾਹਿਬ ਕਿਹੜਾ ਹੋਇਆ? ਸਾਡਾ ਸਾਹਿਬ ਤਾਂ ਗੁਰੂ ਗ੍ਰੰਥ ਸਾਹਿਬ ਜੀ ਹੋਏ ਨੇ ਨਾ। ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ, ਤੇਰਾ ਕੀਆ ਸੱਚ ਸਭ ਹੋਏ। ਜੋ ਤੂੰ ਕਰਦਾ ਹੈ ਨਾ ਉਹ ਵੀ ਸੱਚ ਕਰਦਾ ਹੈ। ਤੂੰ ਇਸ ਤਰ੍ਹਾਂ ਦਾ ਕੰਮ ਕੋਈ ਨਹੀਂ ਕਰਦਾ ਜਿਹੜਾ ਕੋਈ ਕੰਮ ਇਹ ਕਹੀਏ ਕਿ ਰੱਬ ਕੋਲੋਂ ਕੋਈ ਗਲਤੀ ਹੋ ਗਈ ਹੋਵੇ। ਅਗਿਆਨਤਾ ਦੇ ਵਿੱਚ ਕਈ ਵਾਰੀ ਅਸੀਂ ਆਖਦੇ ਹਾਂ, ਜਦੋਂ ਪ੍ਰਮਾਤਮਾ ਮਨੁੱਖ ਨੂੰ ਜਨਮ ਦਿੰਦਾ ਹੈ ਤੇ ਕਦੀ ਆਖਦੇ ਹਾਂ ਕਿ ਪ੍ਰਮਾਤਮਾ ਦੇ ਕੋਲ ਗਲਤੀ ਹੋ ਗਈ ਹੈ, ਭੁੱਲ ਹੋ ਗਈ ਹੈ, ਕਹਿਰ ਹੋ ਗਿਆ ਹੈ, ਪ੍ਰਮਾਤਮਾ ਨੇ ਜ਼ੁਲਮ ਕਰ ਦਿੱਤਾ, ਕਦੀ ਆਖਦੇ ਨਹੀਂ ਨਾ ਆਖਦੇ। ਪਰ ਜਦੋਂ ਆਪਣੀ ਦਿੱਤੀ ਹੋਈ ਦਾਤ ਵਾਪਸ ਲੈ ਲੈਂਦਾ ਤੇ ਫਿਰ ਅਸੀਂ ਉਲਾਮੇ ਦੇਣੇ ਸ਼ੁਰੂ ਕਰ ਦਿੰਦੇ ਹਾਂ ਕਿ ਪ੍ਰਮਾਤਮਾ ਨੇ ਬਹੁਤ ਵੱਡੀ ਗਲਤੀ ਕੀਤੀ ਹੈ, ਬੜਾ ਵੱਡਾ ਕਹਿਰ ਹੋ ਗਿਆ, ਜ਼ੁਲਮ ਹੋ ਗਿਆ ਹੈ। ਨਹੀਂ ਗੁਰਮੁਖ ਪਿਆਰ ਵਾਲਿਓ, ਉਹਦਾ ਕੀਤਾ ਹੋਇਆ ਸਭ ਕੁਝ ਸੱਚ ਹੈ। ਝੂਠਾ ਕਿਸ ਕਉ ਆਖੀਐ ਸਾਹਾ, ਦੂਜਾ ਨਾਹੀ ਕੋਇ। ਤੇਰੇ ਤੋਂ ਬਗੈਰ ਦੂਜਾ ਕੋਈ ਹੈ ਹੀ ਨਹੀਂ ਹੈ। ਇਸ ਕਰਕੇ ਅਸੀਂ ਝੂਠਾ ਕਿਸ ਨੂੰ ਆਖੀਏ? ਸਭ ਕੁਝ ਤੂੰ ਹੀ ਹੈ। ਸਭਨਾ ਵਿੱਚ ਤੂੰ ਵਰਤਦਾ ਸਾਹਾ, ਸਭ ਤੁਝੈ ਧਿਆਵਹਿ ਦਿਨ ਰਾਤ। ਸਭਨਾ ਵਿੱਚ ਤੂੰ ਵਰਤਦਾ, ਸਾਰਿਆਂ ਵਿੱਚ। ਸਭੇ ਘਟ ਰਾਮ ਬੋਲੇ, ਰਾਮ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਕੋਈ ਹੈ, ਕੋਈ ਤੁਸੀਂ ਕਹਿ ਸਕਦੇ ਹੋ ਕਿ ਆ ਫਲਾਨਾ ਵਿਅਕਤੀ ਹੈ, ਇਹਦੇ ਅੰਦਰ ਰੱਬ ਨਹੀਂ ਵਸਦਾ, ਇਹਦੇ ਅੰਦਰ ਰੱਬ ਨਹੀਂ ਹੈ। ਉਹਲੇ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੌਣ ਮੰਦੇ ਲੋਗਾ, ਭਰਮ ਨਾ ਭੂਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਕ, ਰਵ ਰਿਓ ਸਭਨੀ ਜਾਈ। ਉਹ ਸਾਰਿਆਂ ਵਿੱਚ ਰਹਿ ਰਿਹਾ, ਉਹ ਚਾਰ ਵਰਨਾਂ ਦੇ ਵਿੱਚ ਸਾਰਿਆਂ ਵਿੱਚ ਰਹਿੰਦਾ ਹੈ। ਕੋਈ ਇਹ ਗੱਲ ਨਹੀਂ ਕਹੀ ਜਾ ਸਕਦੀ ਕਿ ਰੱਬ ਉੱਚੀ ਜਾਤ ਵਾਲਿਆਂ ਵਿੱਚ ਰਹਿੰਦਾ ਹੈ, ਨੀਵੀਂ ਵਿੱਚ ਨਹੀਂ। ਸਾਰਿਆਂ ਵਿੱਚ। ਸਭੇ ਘਟ ਰਾਮ ਬੋਲੇ, ਜੋ ਸਭ ਮੈਂ ਏਕ ਖੁਦਾਏ ਕਹਿਤ ਹੈ, ਤਾਂ ਕਿਉਂ ਮੁਰਗੀ ਮਾਰੇ। ਕਈਆਂ ਨੂੰ ਜੀਵ ਦਾ ਚਸਕਾ ਹੁੰਦਾ ਨਾ ਖਾਣ ਪੀਣ ਦਾ, ਤੇ ਉਹ ਜੀਵ ਜੰਤੂਆਂ ਦੀ ਹੱਤਿਆ ਕਰਕੇ ਕਹਿੰਦੇ ਨੇ ਕਿ ਇਹਨਾਂ ਦੀ ਵੀ ਗਤਿਆ ਸਾਡੇ ਰਾਹੀਂ ਹੋਣੀ ਹੈ। ਨਹੀਂ, ਜੇ ਅਸੀਂ ਕਹਿੰਦੇ ਕਿ ਸਾਰਿਆਂ ਦੇ ਵਿੱਚ ਰੱਬ ਵੱਸਦਾ ਹੈ, ਸਾਰਿਆਂ ਦੇ ਵਿੱਚ ਪਰਮਾਤਮਾ ਵੱਸਦਾ ਹੈ, ਤੇ ਮਾਫ ਕਰਨਾ, ਅਸੀਂ ਜੀਵ ਦੇ ਰਸਾਂ ਕਸਾਂ ਵਾਸਤੇ ਜਿਹੜੇ ਜੀਵ ਜੰਤੂਆਂ ਦੀ ਹੱਤਿਆ ਕਰਦੇ ਆ ਨਾ, ਤੇ ਰੱਬ ਉਹਨਾਂ ਦੇ ਅੰਦਰ ਵੀ ਵੱਸਦਾ ਹੈ। ਉਹਨਾਂ ਨੂੰ ਵੀ ਮਾਰਨਾ ਜ਼ੁਲਮ ਹੈ। ਸਤਿਗੁਰੂ ਜੀ ਫਰਮਾਵਨਾ ਕਰਦੇ ਹਨ, ਸਭਨਾ ਵਿੱਚ ਤੂੰ ਵਰਤਦਾ ਸ਼ਾਹ, ਸਭ ਤੁਝੇ ਧਿਆਵੈ ਦਿਨ ਰਾਤ। ਸਾਰੇ ਤੈਨੂੰ ਧਿਆਉਂਦੇ ਨੇ। ਗਾਵਣ ਤੁਧਨੋ ਇੰਦਰ ਇੰਦਰਾਸਨ ਬੈਠੇ, ਦੇਵਤਿਆਂ ਦਰ ਨਾਲੈ, ਗਾਵਣ ਤੁਧਨੋ ਸਿੱਧ ਸਮਾਧੀ ਅੰਦਰ, ਗਾਵਣ ਤੁਧਨੋ ਸਾਧ ਵਿਚਾਰੈ, ਗਾਵਣ ਤੁਧਨੋ ਜਤੀ ਸਤੀ ਸੰਤੋਖੀ, ਗਾਵਣ ਤੁਧਨੋ ਵੀਰ ਕਰਾਰੈ, ਹੋਰ ਕੇਤੇ ਤੁਧਨੋ ਗਾਵਣ, ਸੇ ਮੈਂ ਚਿਤਨਾ ਆਵਣ, ਨਾਨਕ ਕਿਆ ਵਿਚਾਰੇ। ਉਹ ਗੁਰੂ ਕੇ ਪਿਆਰ ਵਾਲਿਆ, ਜੇ ਧਰਮ ਰਾਜਾ ਵੀ ਗਾਉਂਦਾ ਹੈ, ਇੰਦਰ ਵੀ ਗਾਉਂਦਾ ਹੈ, ਦੇਵੀ ਦੇਵਤੇ ਵੀ ਗਾਉਂਦੇ ਹਨ, ਤੇ ਫਿਰ ਤੂੰ ਕਿਉਂ ਨਹੀਂ ਜੇ ਗਾਉਂਦਾ? ਤੂੰ ਵੀ ਗਾ, ਤੂੰ ਵੀ ਪੜ੍ਹ।
ਤੈਨੂੰ ਵੀ ਪੜਨ ਦਾ ਉਪਦੇਸ਼ ਹੈ। ਸਤਿਗੁਰੂ ਜੀ ਫਰਮਾਵਨਾ ਕਰਦੇ ਹਨ, ਸਭ ਤੁਝੇ ਤਿਹਾਵੈ ਦਿਨ ਰਾਤ। ਸਭ ਤੁਝ ਹੀ ਥਾਵੋ ਮੰਗਦੇ ਮੇਰੇ ਸਾਹਾ, ਤੂੰ ਸਭ ਨਾ ਕਰਹਿ ਇੱਕ ਦਾਤ। ਸਭ ਤੁਝ ਹੀ ਥਾਵੋ ਮੰਗਦੇ, ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਦਾਤਾ ਇੱਕੋ ਹੀ ਹੈ, ਅਸੀਂ ਸਾਰੇ ਭਿਖਾਰੀ ਹਾਂ, ਅਸੀਂ ਸਾਰੇ ਮੰਗਤੇ ਹਾਂ। ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਹੁਣ ਇੱਕ ਗੱਲ ਬੜੀ ਹੈਰਾਨਗੀ ਵਾਲੀ ਹੈ, ਇੱਕ ਬੰਦਾ ਇਸ ਦਰ ਦੇ ਉੱਤੇ ਪਹਿਲੇ ਭਿਖਾਰੀ ਬਣ ਕੇ ਆਵੇ, ਭਿਖਾਰੀ ਬਣ ਕੇ ਆ ਕੇ ਦਾਤਾਂ ਮੰਗੇ, ਗੁਰੂ ਦੇ ਅੱਗੇ ਝੋਲੀਆਂ ਅੱਡ ਅੱਡ ਕੇ ਦਾਤਾਂ ਮੰਗੇ। ਵੇਖਦੇ ਹਾਂ ਗੁਰੂ ਰਾਮਦਾਸ ਦੇ ਘਰ ਦੇ ਵਿੱਚ ਕਈ ਵਾਰੀ ਸਿੱਖ ਸੰਗਤਾਂ ਝੋਲੀ ਅੱਡ ਅੱਡ ਕੇ ਦਾਤਾਂ ਮੰਗਦੀਆਂ ਨੇ, ਤੇ ਪਾਉਂਦਾ ਵੀ ਹੈ, ਕਿਉਂਕਿ ਉਹਦੇ ਘਰ ਵਿੱਚ ਸਭ ਕੁਝ ਹੈ। ਸਾਡੇ ਘਰ ਵਿੱਚ ਸਭ ਕੁਝ ਨਹੀਂ ਹੋ ਸਕਦਾ, ਬਹੁਤ ਕੁਝ ਤਾਂ ਹੋ ਸਕਦਾ, ਪਰ ਸਭ ਕੁਝ ਨਹੀਂ ਹੈ। ਉਹ ਸਾਰਿਆਂ ਨੂੰ ਦਾਤਾਂ ਦਿੰਦਾ ਹੈ, ਪਰ ਅਗਿਆਨਤਾ ਕਰਕੇ ਮਨੁੱਖ ਪ੍ਰਭੂ ਪਰਮਾਤਮਾ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਜਦੋਂ ਪ੍ਰਾਪਤ ਕਰ ਲੈਂਦਾ ਨਾ, ਤੇ ਫਿਰ ਦਾਨੀ ਬਣ ਕੇ ਆ ਜਾਂਦਾ ਹੈ। ਦਾਤਾ ਤੇ ਦਾਨੀ, ਦੇਣ ਵਾਲਾ ਦਾਤਾ ਹੁੰਦਾ ਹੈ ਤੇ ਲੈਣ ਵਾਲਾ ਭਿਖਾਰੀ ਹੁੰਦਾ ਹੈ। ਇੱਕ ਦਾਤੇ ਇੱਕ ਭਿਖਾਰੀ ਜੀ, ਸਭ ਤੇਰੇ ਚੋਜ ਵਡਾਣਾ। ਕਦੇ ਵੀ ਇਸ ਤਰ੍ਹਾਂ ਨਾ ਕਰਿਆ ਕਰੋ। ਜੇ ਪ੍ਰਮਾਤਮਾ ਨੇ ਤੁਹਾਡੀ ਦੇਣ ਤੇ ਡਿਊਟੀ ਲਾਈ ਹੈ, ਜਿਹੜਾ ਤੁਹਾਡੇ ਅੱਗੇ ਹੱਥ ਅੱਡ ਕੇ ਮੰਗ ਰਿਹਾ ਨਾ, ਉਹ ਵੀ ਉਹਦੀ ਖੇਡ ਹੀ ਹੈ, ਇਹ ਵੀ ਉਹਦਾ ਚੋਜ ਹੀ ਹੈ। ਸ਼ੁਕਰ ਕਰਿਆ ਕਰੋ, ਮਹਾਰਾਜ ਤੁਸੀਂ ਮੇਰੀ ਡਿਊਟੀ ਦੇਣ ਤੇ ਲਾਈ ਆ, ਲੈਣ ਤੇ ਨਹੀਂ ਜੇ ਲਾਈ। ਰਹੀਮ ਇੱਕ ਸੂਫੀ ਕਵੀ ਹੋਇਆ, ਸੇਂਟ। ਮੈਂ ਉਹਦੀ ਇੱਕ ਗਾਥਾ ਪੜ੍ਹੀ ਸੀ। ਕਹਿੰਦੇ ਜਦੋਂ ਵੀ ਉਹ ਕਿਸੇ ਨੂੰ ਕੋਈ ਵਸਤੂ, ਧਨ ਦੌਲਤ, ਪਦਾਰਥ ਦਿੰਦਾ ਹੁੰਦਾ ਸੀ ਨਾ ਲੋੜਵੰਦਾਂ ਨੂੰ, ਤੇ ਜਦੋਂ ਉਸਨੇ ਦੇਣ ਲੱਗਿਆ ਆਪਣੀਆਂ ਅੱਖਾਂ ਨੀਵੀਆਂ ਕਰ ਲੈਣੀਆਂ ਤੇ ਦਾਤ ਏਦਾਂ ਦੇਣੀ। ਕਿਸੇ ਨੇ ਪੁੱਛ ਲਿਆ ਰਹੀਮ ਨੂੰ, ਰਹੀਮ ਜੀ ਤੁਸੀਂ ਇਦਾਂ ਕਿਉਂ ਕਰਦੇ ਹੋ? ਲੋਕੀ ਤਾਂ ਦੇਣ ਲੱਗਿਆ ਧੌਣ ਤਾਂ ਨੂੰ ਕਰਦੇ ਨੇ, ਅਖਬਾਰਾਂ ਵਿੱਚ ਫੋਟੋਆਂ ਲਾਉਂਦੇ ਨੇ ਕਿ ਮੈਂ ਫਲਾਣੇ ਨੂੰ ਆਹ ਦਾਨ ਕੀਤਾ, ਆਹ ਸੇਵਾ ਕੀਤੀ ਆ, ਤੇ ਤੁਸੀਂ ਕੀ ਕਰਦੇ ਹੋ? ਤੁਸੀਂ ਜਦੋਂ ਕਿਸੇ ਨੂੰ ਦਿੰਦੇ ਹੋ, ਦੇਣ ਲੱਗਿਆ ਆਪਣੀਆਂ ਅੱਖਾਂ ਨੀਵੀਆਂ ਕਿਉਂ ਕਰ ਲੈਂਦੇ ਹੋ? ਤੇ ਰਹੀਮ ਨੇ ਆਖਿਆ, ਸੱਜਣਾ ਮੈਂ ਆਪਣੀਆਂ ਅੱਖਾਂ ਇਸ ਕਰਕੇ ਨੀਵੀਆਂ ਕਰ ਲੈਂਦਾ ਹਾਂ, ਜਦੋਂ ਮੈਨੂੰ ਲੋਕ ਜਿਹੜੇ ਲੈਂਦੇ ਨੇ ਉਹ ਦਾਤਾ ਮੈਨੂੰ ਕਹਿਣ ਲੱਗ ਪੈਂਦੇ ਨੇ, ਤੇ ਮੈਨੂੰ ਉਦੋਂ ਸ਼ਰਮ ਆਉਂਦੀ ਹੈ ਕਿ ਮੈਂ ਦਾਤਾ ਥੋੜਾ। ਸਭਨਾ ਜੀਆਂ ਕਾ ਇੱਕ ਦਾਤਾ, ਪਰਮਾਤਮਾ ਦਾਤਾਂ ਦੇਣ ਵਾਲਾ ਹੈ, ਪਰ ਅਸੀਂ ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਵਿੱਚੋਂ ਕੁਝ ਭੇਟ ਕਰਨਾ ਹੈ। ਭੇਟਾ ਹੈ ਅਖੰਡ ਪਾਠ ਸਾਹਿਬ ਜੀ ਦੀ ਭੇਟਾ, ਦਾਨ ਨਹੀਂ। ਕੀਰਤਨ ਦੀ ਭੇਟਾ, ਇਸ ਇਤਆਦ ਗੁਰੂ ਘਰ ਦੇ ਲੰਗਰਾਂ ਵਾਸਤੇ ਭੇਟਾ। ਪਰ ਅਸੀਂ ਤਾਂ ਗੁਰੂ ਘਰ ਦੇ ਚਿੱਟੇ ਚਿੱਟੇ ਪੱਥਰ ਜਿਹੜੇ ਨਾ, ਉਹ ਵੀ ਆਪਣੀ ਹਉਮੈ ਦੇ ਨਾਲ ਐਦਾਂ ਦੇ ਕਾਲੇ ਕਰ ਦਿੱਤੇ ਨੇ, ਉਹਦੇ ਤੇ ਲਿਖਿਆ ਹੁੰਦਾ ਦਾਨੀ ਸੱਜਣਾ ਦੀ ਸੂਚੀ। ਭਾਵ ਇਹ ਦਾਨੀ ਨੇ, ਤੇ ਜਿਹਨੂੰ ਦੇ ਰਹੇ ਨੇ ਗੁਰੂ ਘਰ ਦੇ ਵਿੱਚ ਉਹ ਮੰਗਤਾ ਹੈ। ਦੇਖੋ ਪਹਿਲੇ ਮੰਗਤਾ ਬਣ ਕੇ ਆਇਆ, ਤੇ ਫਿਰ ਹੁਣ ਦਾਨੀ ਬਣ ਕੇ ਆਇਆ। ਹੁਣ ਗੁਰੂ ਨੂੰ ਆਖਦਾ ਕਿ ਮੈਂ ਦਾਨੀ ਹਾਂ। ਸਤਿਗੁਰੂ ਜੀ ਕਹਿੰਦੇ ਨਹੀਂ ਭਾਈ, ਐਸਾ ਨਹੀਂ। ਸਭ ਤੁਝ ਹੀ ਥਾਵੋ ਮੰਗਦੇ ਮੇਰੇ ਸਾਹਾ, ਤੂੰ ਸਭਨਾ ਕਰੈ ਇੱਕ ਦਾਤ। ਇੱਕ ਦਾਤ ਦਾ ਭਾਵ ਹੈ ਤੂੰ ਸਾਰਿਆਂ ਨੂੰ ਬਰਾਬਰ ਦਾਤਾਂ ਦਿੰਦਾ, ਚਿਹਰੇ ਮੋਹਰੇ ਵੇਖ ਕੇ ਨਹੀਂ ਦਿੰਦਾ। ਜੇ ਇਹ ਹਵਾ ਚੱਲ ਰਹੀ ਹੈ, ਆਕਸੀਜਨ ਅਸੀਂ ਲੈ ਰਹੇ ਹਾਂ, ਤੇ ਸਾਰਿਆਂ ਨੂੰ ਬਰਾਬਰ ਮਿਲ ਰਹੀ ਹੈ। ਜੇ ਸੂਰਜ ਦੀਆਂ ਕਿਰਨਾਂ ਪੈ ਰਹੀਆਂ ਨੇ ਤੇ ਬਰਾਬਰ ਪੈ ਰਹੀਆਂ ਨੇ, ਸਭ ਨੂੰ ਬਰਾਬਰ ਹੈ, ਸਭ ਨੂੰ ਦਾਤ ਬਰਾਬਰ ਦਿੱਤੀ, ਵਿਤਕਰਾ ਨਹੀਂ ਕਰਦਾ। ਪਰ ਮਨੁੱਖ ਦਾਤਾਂ ਵੰਡਣ ਲੱਗਿਆ ਵਿਤਕਰੇ ਕਰ ਜਾਂਦਾ, ਚਿਹਰੇ ਮੋਹਰੇ ਵੇਖ ਕੇ ਦਿੰਦਾ ਹੈ। हे ਅਕਾਲ ਪੁਰਖ ਪਰਮਾਤਮਾ ਵਾਹਿਗੁਰੂ, ਤੂੰ ਐਸਾ ਦਾਤਾ ਹੈ, ਸਾਰਿਆਂ ਨੂੰ ਬਰਾਬਰ ਦਿੰਦਾ ਹੈ। ਔਰ ਸੈਲ ਪੱਥਰ ਮੈਂ ਜੰਤ ਉਪਾਏ, ਤਾਂ ਕਾ ਰਿਜਕ ਆਗੇ ਕਰ ਧਰਿਆ। ਫਿਰ ਤੂੰ ਉਹ ਜੀਵ ਜੰਤੂ ਜਿਹੜੇ ਪੱਥਰਾਂ ਦੇ ਵਿੱਚ ਤੂੰ ਪੈਦਾ ਕਰ ਦਿੱਤੇ ਨੇ, ਉਹਨਾਂ ਨੂੰ ਵੀ ਤੂੰ ਉੱਥੇ ਜਾ ਕਰਕੇ ਰਿਜਕ ਦਿੰਦਾ ਹੈ। ਤੂੰ ਐਸਾ ਦਾਤਾ ਹੈ ਜਿਹੜੇ ਸਾਰੇ ਤੈਨੂੰ ਜਪਦੇ ਹਨ। ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹਾ, ਤੁਝ ਤੇ ਬਾਹਰ ਕੋਈ ਨਾਹੀ। ਸਭ ਕੋ ਤੇਰੇ, ਤੁਝ ਹੀ ਵਿੱਚ ਹੈ ਮੇਰੇ ਸਾਹਾ। ਤੁਝ ਹੀ ਵਿੱਚ ਦਾ ਭਾਵ ਹੈ ਸਾਰੇ ਜੀਵ ਜੰਤੂ ਜਿਹੜੇ ਪੈਦਾ ਕੀਤੇ ਆ ਨਾ ਤੂੰ,
ਇਹ ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਬੁੱਝੇ ਤਾਂ ਹਉਮੈ ਕਹੇ ਨਾ ਕੋਈ। ਹੁਕਮ ਦੇ ਵਿੱਚ ਆ ਅਸੀਂ, ਉਸ ਕਾਲਪੁਰ ਪਰਮਾਤਮਾ ਦੇ ਹੁਕਮ ਦੇ ਵਿੱਚ ਹਾਂ, ਹੁਕਮ ਤੋਂ ਬਾਹਰ ਨਹੀਂ ਆ। ਸਤਿਗੁਰੂ ਜੀ ਸਮਝਾਵਨਾ ਕਰਦੇ ਹਨ, ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹਾ, ਤੇਰੇ ਹੁਕਮ ਦੇ ਵਿੱਚ ਹੈ, ਤੁਝ ਤੇ ਬਾਹਰ ਕੋਈ ਨਾਹੀਂ, ਤੇਰੇ ਹੁਕਮ ਤੋਂ ਬਾਹਰ ਕੋਈ ਨਹੀਂ ਜਾ ਸਕਦਾ। ਸਭ ਜੀਅ ਤੇਰੇ ਤੂੰ ਸਭ ਸਦਾ ਮੇਰੇ ਸਾਹਾ, ਸਭ ਤੁਝ ਹੀ ਮਾਹੇ ਸਮਾਹੇ। ਸਾਰੇ ਜੀ ਤੇਰੇ ਪੈਦਾ ਕੀਤੇ ਹੋਏ ਨੇ, ਸਾਰੇ ਜੀਵ ਜੰਤ 84 ਲੱਖ ਜੋਨ ਉਪਾਈ, ਰਿਜ਼ਕ ਦਿਆ ਸਭਨੂੰ ਕੋ ਤਦ ਕਾ। ਸਤਿਗੁਰੂ ਜੀ ਫਰਮਾਵਨਾ ਕਰਦੇ ਹਨ, 84 ਲੱਖ ਜੂਨਾਂ ਪੈਦਾ ਕਰਕੇ, ਜਿੱਦਾਂ ਜਿੱਦਾਂ ਦੀ ਜੂਨ ਦੀ ਜਿੱਦਾਂ ਜਿੱਦਾਂ ਦੀ ਖੁਰਾਕ ਹੈ ਨਾ, ਉਦਾਂ ਉਦਾਂ ਦੀ ਖੁਰਾਕ ਦਿੰਦਾ ਹੈ। ਐਦਾਂ ਦਾ ਦਾਤਾ ਹੈ। ਇਹ ਨਹੀਂ ਆਖਦਾ ਕਿ ਮੈਂ ਲੰਗਰ ਲਾਇਆ ਤੁਸੀਂ ਸਾਰੇ ਮੇਰੇ ਕੋਲ ਆਓ, ਕਹਿੰਦਾ ਜਿੱਥੇ ਜਿੱਥੇ ਵੀ ਤੁਸੀਂ ਬੈਠੇ ਹੋ ਮੈਂ ਆਪ ਚੱਲ ਕਰਕੇ ਜਾਵਾਂਗਾ ਉੱਥੇ, ਇਹ ਤੁਹਾਡੀ ਖੁਰਾਕ ਪਹੁੰਚਾਉਣ ਵਾਸਤੇ। ਜੇ ਕੋਈ ਪੱਥਰਾਂ ਦੇ ਵਿੱਚ ਬੈਠਾ ਹੈ ਤੇ ਪੱਥਰਾਂ ਦੇ ਵਿੱਚ ਜਾ ਕਰਕੇ ਰਿਜ਼ਕ ਦੇ ਰਿਹਾ ਹੈ। ਜੇ ਮਾਤਾ ਦੇ ਗਰਭ ਦੇ ਵਿੱਚ ਹੈ ਕੋਈ ਬੈਠਾ ਹੈ, ਮਾਤਾ ਕਾ ਉਧਰ ਮੈਂ ਪ੍ਰਤਿਪਾਲ ਕਰੇ, ਸੋ ਕਿਉਂ ਮਨੋ ਵਿਸਾਰੀ ਹੈ, ਮਨੋ ਕਿਉਂ ਵਿਸਾਰੀਏ, ਇਹ ਵਡ ਦਾਤਾ ਜੋ ਅਗਨ ਮੈਂ ਆਹਾਰ ਪਚਾਵੈ, ਉਹ ਉੱਥੇ ਵੀ ਦਿੰਦਾ ਹੈ। ਘਾਹ ਖਾਣ ਵਾਲਿਆਂ ਨੂੰ ਘਾਹ, ਮਾਸ ਖਾਣ ਵਾਲਿਆਂ ਨੂੰ ਮਾਸ ਦਾ ਪ੍ਰਬੰਧ ਕਰਕੇ ਦਿੰਦਾ ਹੈ। ਇਹ ਉਹਦੀ ਵਡਿਆਈ ਹੈ। 84 ਲੱਖ ਜੂਨਾਂ ਨੂੰ ਪੈਦਾ ਕਰਕੇ ਸਾਰਿਆਂ ਨੂੰ ਰਿਜ਼ਕ ਦਿੰਦਾ ਹੈ। ਸਤਿਗੁਰੂ ਜੀ ਸਮਝਾ ਰਹੇ ਹਨ, ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ, ਸਭ ਤੁਝ ਹੈ ਧਿਆਵੈ ਹੈ ਮੇਰੇ ਸਾਹ। ਸਭ ਕੋ ਆਸ ਹੈ ਤੇਰੀ ਬੈਠਾ, ਸਾਰਿਆਂ ਨੂੰ ਵਾਹਿਗੁਰੂ ਤੇਰੇ ਤੂੰ ਆਸ ਹੈ, ਤੂੰ ਇੱਛਾ ਪੂਰਕ ਹੈ, ਤੂੰ ਸਾਰਿਆਂ ਦੀਆਂ ਸ਼ੁਭ ਮਨੋ ਕਾਮਨਾਵਾਂ ਪੂਰੀਆਂ ਕਰਦਾ ਹੈ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਾਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਏ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੈ ਮੇਰੇ ਮਨਾ। ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਏ ਹਰ ਪੁਰਖ ਨਰਿੰਜਨਾ, ਜੈ ਹਰ ਸਿਮਰਨ ਭਇਆ ਤਹ ਉਪਾਦ ਗਤ ਕੀਨੀ, ਵਡ ਭਾਗੀ ਹਰ ਜਪਣਾ। ਸਤਿਗੁਰੂ ਜੀ ਸਮਝਾ ਰਹੇ ਨੇ, ਸਭਨਾ ਕੀ ਤੂੰ ਆਸ ਹੈ, ਸਾਰਿਆਂ ਨੂੰ ਵਾਹਿਗੁਰੂ ਤੇਰੇ ਤੇ ਆਸਾਂ ਨੇ, ਤੂੰ ਸਾਰਿਆਂ ਦੀਆਂ ਆਸਾਂ ਪੂਰੀਆਂ ਕਰਨ ਵਾਲਾ ਹੈ। ਸਭ ਤੁਝ ਹੀ ਤੁਝੇ ਧਿਆਵੈ ਮੇਰੇ ਸ਼ਾਹ, ਸਾਰੇ ਤੈਨੂੰ ਜਪਦੇ ਨੇ, ਚਾਹੇ ਕੋਈ ਮੰਦਰ ਵਿੱਚ ਰਾਮ ਰਾਮ ਕਰਦਾ ਹੈ, ਚਾਹੇ ਕੋਈ ਅੱਲਾ ਅੱਲਾ ਕਰਦਾ ਹੈ, ਚਾਹੇ ਕੋਈ ਗੁਰੂ ਗੁਰੂ ਕਰਦਾ ਹੈ। ਅਨੇਕ ਹੈ ਫਿਰ ਏਕ ਹੈ, ਅਨੇਕਾਂ ਨਾਵਾਂ ਦੇ ਨਾਲ ਤੈਨੂੰ ਕੋਈ ਜਿੱਥੇ ਜਿੱਥੇ ਵੀ ਪੁਕਾਰਦਾ ਹੈ। ਸਤਿਗੁਰੂ ਜੀ ਫਰਮਾਵਨਾ ਕਰਦੇ ਹਨ, ਹੇ ਵਾਹਿਗੁਰੂ ਤੁਝੇ ਧਿਆਵੈ ਮੇਰੇ ਸ਼ਾਹ, ਸਾਰੇ ਤੈਨੂੰ ਧਿਆਉਂਦੇ ਹਨ। ਜਿਉ ਭਾਵੈ ਤਿਉ ਰੱਖ ਤੂੰ ਮੇਰੇ ਪਿਆਰੇ, ਸਚ ਨਾਨਕ ਕੇ ਪਾਤਸ਼ਾਹ। ਜਿਉ ਭਾਵੈ ਤਿਉ ਰਾਖ ਲੈ, ਹਮ ਸ਼ਰਨ ਪ੍ਰਭ ਆਏ ਰਾਮ ਰਾਜੇ। ਸਤਿਗੁਰੂ ਜੀ ਜਿੱਦਾਂ ਤੈਨੂੰ ਚੰਗਾ ਲੱਗਦਾ, ਜਿਵੇਂ ਤੈਨੂੰ ਭਾ ਜਾਵੇ। ਤੀਰਥ ਨਾਵਾਂ ਜੇ ਤਿਸ ਭਾਵਾਂ, ਬਿਨ ਭਾਣੇ ਕੇ ਨਹਾਏ ਕਰੀ, ਤੈਨੂੰ ਭਾ ਜਾਵੇ। ਮੇਰਾ ਕੀਤਾ ਹੋਇਆ ਨਿਤਨੇਮ ਤੈਨੂੰ ਭਾ ਜਾਵੇ, ਚੰਗਾ ਲੱਗ ਜਾਵੇ। ਮੇਰਾ ਇਸ਼ਨਾਨ ਕੀਤਾ ਹੋਇਆ ਤੈਨੂੰ ਭਾ ਜਾਵੇ, ਮੇਰਾ ਸਿਮਰਨ ਕੀਤਾ ਹੋਇਆ ਤੈਨੂੰ ਭਾ ਜਾਵੇ, ਚੰਗਾ ਲੱਗ ਜਾਵੇ। ਜਿਉ ਭਾਵੈ ਤਿਉ ਰੱਖ ਤੂੰ ਮੇਰੇ ਪਿਆਰੇ। ਹੇ ਵਾਹਿਗੁਰੂ ਮੇਰੇ ਪਿਆਰੇ ਪ੍ਰਮਾਤਮਾ ਵਾਹਿਗੁਰੂ, ਮੇਰੇ ਕੋਲ ਉਹ ਕੰਮ ਕਰਾਵੀਂ ਜਿਹੜਾ ਕੰਮ ਤੈਨੂੰ ਚੰਗਾ ਲੱਗਦਾ ਹੋਵੇਗਾ। ਮੇਰੇ ਕੋਲ ਉਹ ਕੰਮ ਨਾ ਕਰਾਵੀਂ ਜਿਹੜਾ ਤੈਨੂੰ ਚੰਗਾ ਨਾ ਲੱਗਦਾ ਹੋਵੇ। ਇਹਨਾਂ ਰੋਗਾਂ ਤੋਂ ਮੈਨੂੰ ਬਚਾ ਕੇ ਰੱਖੀ। 10 ਪ੍ਰਮੁੱਖ ਤੌਰ ਦੇ ਉੱਤੇ ਦੋਸ਼ ਨੇ ਸਾਡੇ ਸਰੀਰ ਦੇ, 10। 4 ਪ੍ਰਮੁੱਖ ਤੌਰ ਤੇ ਦੋਸ਼ ਨੇ ਸਾਡੀ ਜੀਭ ਦੇ। 4 ਪ੍ਰਮੁੱਖ ਦੋਸ਼ ਜੀਭ ਦੇ ਕਿਹੜੇ ਨੇ? ਕਠੋਰ ਬੋਲਣਾ ਇੱਕ ਦੋਸ਼ ਹੈ, ਇਹ ਰਸਨਾ ਦਾ, ਕਠੋਰ ਬੋਲਣਾ। ਦੂਸਰਾ ਦੋਸ਼ ਹੈ ਫਿੱਕਾ ਬੋਲਣਾ, ਇਹ ਵੀ ਦੋਸ਼ ਹੈ, ਇਹ ਵੀ ਰੋਗ ਹੈ ਜੀਭ ਦਾ। ਕਦੇ ਧਿਆਨ ਮਾਰਿਓ, ਸਰੀਰ ਦੇ ਰੋਗਾਂ ਤੋਂ ਤਾਂ ਅਸੀਂ ਜਾਣਕਾਰੀ ਹਾਸਲ ਕਰ ਲਈ,
ਪਰ ਆ ਜੀਭ ਦੇ ਵਿਚਾਰ ਰੋਗ ਜਿਨ ਇਹਦੀ ਔਖਦ ਲਾ ਲਈ ਨਾ, ਉਹ ਗੁਰਮੁਖ ਪਿਆਰਾ ਗੁਰੂ ਨੂੰ ਪਿਆਰਾ ਹੈ। ਕਠੋਰ ਬੋਲਣਾ, ਕਠੋਰ ਸ਼ਬਦ ਨਹੀਂ ਕਹਿਣੇ ਕਿਸੇ ਨੂੰ, ਐਸਾ ਸ਼ਬਦ ਨਹੀਂ ਬੋਲਣਾ ਜਿਹਦੇ ਬੋਲਣ ਦੇ ਨਾਲ ਕਿਸੇ ਦਾ ਮਨ ਦੁੱਖ ਜਾਵੇ। ਜੇ ਤੋ ਪ੍ਰਿਆ ਦੀ ਸਿੱਖ ਹਿਆਉ ਨਾ ਕਾਹੀਂ ਠਾਏਂਦਾ, ਕਿਸੇ ਦਾ ਦਿਲ ਨਾ ਤੋੜੀ। ਫਿੱਕਾ ਨਾ ਬੋਲੀ, ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਫਿੱਕੋ ਫਿੱਕਾ ਸਦੀਐ ਫਿੱਕੈ ਫਿੱਕੀ ਸੋਏ। ਫਿੱਕਾ ਮੂਰਖ ਆਖੀਏ ਪਾਹਣਾ ਲਏ ਸਜਾਏ। ਸਤਿਗੁਰੂ ਜੀ ਕਹਿੰਦੇ ਮੂਰਖ ਹੈ, ਇਹ ਰਸਨਾ ਫਿੱਕਾ ਬੋਲਦੀ ਹੈ। ਤੀਸਰਾ ਇਹਦਾ ਔਗਣ ਹੈ ਝੂਠ ਬੋਲਣਾ। ਸਤਿਗੁਰੂ ਜੀ ਫਰਮਾਵਨਾ ਕਰਦੇ ਹਨ, ਜਿਹੜੇ ਨਾਮ ਜਪਣ ਵਾਲੀਆਂ ਰੂਹਾਂ ਨੇ, ਉਹ ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਉਹ ਝੂਠ ਨਹੀਂ ਜੇ ਬੋਲਦੇ। ਤੇ ਅਗਲੀ ਗੱਲ ਹੈ, ਇਹ ਜੀਵ ਦਾ ਚੌਥਾ ਰੋਗ ਹੈ ਨਿੰਦਿਆ ਕਰਨੀ। ਇਹ ਰਸਨਾ ਜਿਹੜੀ ਨਿੰਦਿਆ ਕਰਦੀ ਹੈ, ਸਮਝ ਲਓ ਜੀਵ ਨੂੰ ਰੋਗ ਲੱਗਾ ਹੈ। 3 ਰੋਗ ਜਿਹੜੇ ਨੇ ਉਹ ਮੰਨਦੇ ਨੇ, ਈਰਖਾ, ਦੂਈ, ਦਵੈਸ਼ ਤੇ ਵੈਰ ਵਿਰੋਧ। ਇਹ 3 ਰੋਗ ਮੰਨਦੇ ਨੇ। ਤੇ 2 ਰੋਗ ਜਿਹੜੇ ਨੇ ਉਹ ਸਰੀਰ ਦੇ ਨੇ, ਹਿੰਸਾ, ਲੜਾਈ ਝਗੜਾ ਕਰਨਾ, ਚੋਰੀ ਕਰਨਾ, ਪਰ ਇਸਤਰੀ ਪਰਪੁਰਖ ਦਾ ਸੰਗ ਕਰਨਾ। ਇਹ 2 ਰੋਗ ਜਿਹੜੇ ਸਰੀਰ ਦੇ ਨੇ। ਇਹ 10 ਰੋਗਾਂ ਤੋਂ ਜਿਹੜਾ ਮੁਕਤ ਹੋ ਜਾਂਦਾ ਨਾ, ਉਹ ਗੁਰੂ ਨੂੰ ਪਿਆਰਾ ਲੱਗਦਾ ਹੈ। ਸਤਿਗੁਰੂ ਜੀ ਇਸ ਕਰਕੇ ਸਮਝਾ ਰਹੇ ਨੇ, ਹੇ ਵਾਹਿਗੁਰੂ ਮੇਰੀ ਤੁਹਾਡੇ ਅੱਗੇ ਅਰਦਾਸ ਹੈ, ਜੋ ਭਾਵ ਹੈ ਤਿਉਂ ਰੱਖ ਤੂੰ ਮੇਰੇ ਪਿਆਰੇ, ਸੱਚ ਨਾਨਕ ਕੇ ਪਾਤਸ਼ਾਹ। ਵਾਹਿਗੁਰੂ ਜਿਵੇਂ ਤੈਨੂੰ ਚੰਗਾ ਲੱਗਦਾ ਉਹ ਮੇਰੇ ਕੋ ਬੋਲ ਬੁਲਾਵੀਂ, ਉਹ ਮੇਰੇ ਕੋ ਕੰਮ ਕਰਾਵੀਂ, ਉਸ ਸੰਗਤ ਵਿੱਚ ਭੇਜੀ ਜਿੱਥੇ ਮੈਂ ਬੈਠਿਆ ਤੈਨੂੰ ਚੰਗਾ ਲੱਗਦਾ ਹੋਵਾਂ। ਸੋ ਸਾਧ ਸੰਗਤ ਜੀ, ਜਿੱਥੇ ਅੱਜ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਦਾ ਬਖਸ਼ਿਸ਼ ਕੀਤਾ ਹੋਇਆ ਮੁੱਖ ਵਾਕ ਆਪ ਜੀ ਸਰਵਣ ਕਰ ਰਹੇ ਹੋ, ਉੱਥੇ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਜੀ ਦੀ ਅੱਜ ਬਰਸੀ ਵੀ ਹੈ। ਭਾਵੇਂ ਕਿ ਆਉਣ ਥੋੜੇ ਸਮੇਂ ਵਿੱਚ 9 ਵਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਸਥਾਨ ਦੇ ਉੱਤੇ ਵਿਸ਼ੇਸ਼ ਸਮਾਗਮ ਕੀਤਾ ਜਾਣਾ ਹੈ, ਪਰ ਧਾਰਮਿਕ ਪੱਖ ਤੋਂ ਮੈਂ 2-4 ਮਿੰਟ ਜਿੰਨਾ ਬਾਕੀ ਬਚਿਆ ਆਪ ਜੀ ਨਾਲ ਵਿਚਾਰ ਸਾਂਝੀ ਕਰਨੀ ਚਾਹੁੰਦਾ। 3 ਪਹਿਲੂ ਨੇ ਪੂਰਨ ਮਨੁੱਖ ਦੇ। ਰਾਜਨੀਤਿਕ ਤੌਰ ਦੇ ਉੱਤੇ ਕੋਈ ਰਾਜਾ ਹੋ ਸਕਦਾ ਹੈ, ਹੋਏ ਵੀ ਨੇ ਬੜੇ ਰਾਜੇ, ਪਰ ਉਹ ਇਕੱਲੇ ਰਾਜੇ ਹੋਏ ਨੇ, ਪਰ ਜੇ ਉਹਨਾਂ ਦੇ ਵਿੱਚ ਧਾਰਮਿਕ ਪੱਖ, ਧਾਰਮਿਕ ਗੁਣ ਨਹੀਂ ਸੀ, ਸਮਾਜਿਕ ਗੁਣ ਨਹੀਂ ਸੀ। ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਜਿਨ੍ਹਾਂ ਦੀ ਅਸੀਂ ਗੱਲ ਕਰੀਏ, ਇਹਨਾਂ 3 ਪਹਿਲੂਆਂ ਤੋਂ ਉੱਪਰ ਪੱਕ ਸਨ। ਚੰਗੇ ਪ੍ਰਬੰਧਕ, ਚੰਗੇ ਸ਼ਾਸਕ ਸਨ, ਔਰ ਚੰਗੇ ਧਾਰਮਿਕ ਆਗੂ ਵੀ ਸਨ। ਸਮਾਜਿਕ ਖੇਤਰ ਵਿੱਚ, ਸਮਾਜ ਦੇ ਵਿੱਚ ਉਹਨਾਂ ਨੇ ਸਮਾਜ ਦੀਆਂ ਸੇਵਾਵਾਂ ਵੀ ਕੀਤੀਆਂ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਦੋਂ ਅੰਮ੍ਰਿਤਸਰ ਦਾ ਉਹਨਾਂ ਨੇ ਪ੍ਰਬੰਧ ਸੰਭਾਲਿਆ, ਤੇ ਮੈਂ ਬੇਨਤੀ ਕਰਾਂ, ਅੱਜ ਤੁਸੀਂ ਵੇਖੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਜਿਹੜਾ ਸਾਰੇ ਸੋਨੇ ਦੀ ਸੇਵਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਨੂੰ ਸੰਗਮਰਮਰ, ਸੋਨੇ, ਹੀਰੇ, ਜਵਾਹਰਾਤ ਤੇ ਸੋਨੇ ਵਿੱਚ ਮੜਾ ਦਿੱਤਾ ਹੈ। ਤੇ ਨਾਲ ਹੀ ਮੈਂ ਬੇਨਤੀ ਕਰਨੀ ਚਾਹੁੰਦਾ, ਸਾਧ ਸੰਗਤ ਜੀ, ਜਦੋਂ ਇਸ ਨੂੰ ਸੋਨੇ ਵਿੱਚ ਮੜਾ ਦਿੱਤਾ ਹੈ, ਜਿਹੜੇ ਸੈਲਾਨੀ ਬਾਹਰੋਂ ਆ ਕਰਕੇ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਦੇ ਸਨ, ਉਹਨਾਂ ਨੂੰ ਇਸ ਗੱਲ ਦਾ ਗਿਆਨ ਨਹੀਂ ਸੀ ਕਿ ਇਸ ਦਾ ਨਾਮ ਹਰਿਮੰਦਰ ਸਾਹਿਬ ਹੈ। ਉਹਨਾਂ ਨੇ ਇਸ ਦੀ ਸੋਨੇ ਦੀ ਚਮਕ ਦਮਕ ਨੂੰ ਵੇਖ ਕਰਕੇ ਕਹਿ ਦਿੱਤਾ ਇਹ ਗੋਲਡਨ ਟੈਂਪਲ ਹੈ। ਇਸ ਕਰਕੇ ਭਾਵੇਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਤੌਰ ਦੇ ਉੱਤੇ ਥਾਂ ਦੇ ਉੱਤੇ ਸੰਕੇਤ ਬੋਰਡ ਲਾਏ ਹੋਏ ਹਨ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾਣ ਦਾ ਰਸਤਾ ਇੱਧਰ ਹੈ ਹਰਿਮੰਦਰ ਸਾਹਿਬ। ਇਸ ਕਰਕੇ ਗੋਲਡਨ ਟੈਂਪਲ ਨਹੀਂ ਕਹਿਣਾ, ਹਰਿਮੰਦਰ ਸਾਹਿਬ ਕਹਿਣਾ ਹੈ। ਉਸ ਹਰਿਮੰਦਰ ਸਾਹਿਬ ਜੀ ਦੀ ਸੇਵਾ ਜਦੋਂ ਮਹਾਰਾਜ ਰਣਜੀਤ ਸਿੰਘ ਨੇ ਲਈ, ਤੇ ਕਹਿੰਦੇ ਸੇਵਾਦਾਰਾਂ ਨੇ ਆਖਿਆ ਮਹਾਰਾਜ ਰਣਜੀਤ ਸਿੰਘ ਨੂੰ ਕਿ ਤੁਸੀਂ ਆਪਣਾ ਇੱਥੇ ਪੱਥਰ ਲਵਾ ਦਿਓ, ਆਪਣਾ ਕੋਈ ਪੱਤਰਾ ਲਵਾ ਦਿਓ। ਤੇ ਪੱਤਰਾ ਬਣਾ ਕੇ ਲੈ ਕੇ ਆਂਦਾ। ਮਹਾਰਾਜ ਰਣਜੀਤ ਸਿੰਘ ਨੇ ਮਨਾ ਕਰ ਦਿੱਤਾ ਕਿ ਨਹੀਂ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਰਨੀ। ਪਰ ਕਹਿਣ ਦੇ ਉੱਤੇ ਉਹਨਾਂ ਨੇ ਇੱਕ ਪੱਤਰਾ ਬਣਾ ਕੇ ਲੈ ਕੇ ਆਂਦਾ, ਜਿਹਦੇ ਤੇ ਜ਼ਿਕਰ ਕੀਤਾ ਹੋਇਆ ਸੀ ਇਸ ਸੋਨੇ ਦੀ ਸੇਵਾ ਮਹਾਰਾਜ ਰਣਜੀਤ ਸਿੰਘ ਨੇ ਕਰਵਾਈ ਹੈ। ਪੱਤਰੇ ਦੀ ਇਬਾਦਤ ਪੜ੍ਹ ਕੇ ਇਬਾਦਤ ਆਖਿਆ ਇਹ ਪੱਤਰਾ ਇੱਥੋਂ ਉਤਾਰ ਦਿੱਤਾ ਜਾਵੇ। ਇਸ ਪੱਤਰੇ ਦੇ ਵਿੱਚ ਹਉਮੈ ਹੈ, ਇਸ ਪੱਤਰੇ ਦੇ ਵਿੱਚ ਮੈਂ ਹੈ, ਇਸ ਕਰਕੇ ਐਸਾ ਪੱਤਰਾ ਨਹੀਂ ਲਾਉਣਾ। ਅੱਜ ਤੁਸੀਂ ਦੇਖੋ, ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਤੁਸੀਂ ਨਤਮਸਤਕ ਹੋਣ ਜਾਂਦੇ ਹੋ, ਤੇ ਉਸ ਪੱਤਰੇ ਤੇ ਲਿਖਿਆ ਹੋਇਆ ਹੈ ਦਾਸ ਜਾਣ ਕਰਕੇ ਗੁਰੂ ਸਾਹਿਬ ਜੀ ਨੇ ਇਹ ਸੇਵਾ ਪ੍ਰਾਪਤ ਕੀਤੀ ਹੈ। ਤੁਸੀਂ ਵੇਖੋ, ਵਿਰਾਸਤੇ ਖਾਲਸਾ ਤੁਹਾਡਾ ਰਾਜ ਭਾਗ ਸੀ, ਤੁਸੀਂ ਬਣਾ ਲਿਆ। ਮੀਨਾਰੇ ਖਾਲਸਾ ਚੱਪੜਚਿੜੀ ਬਾਬਾ ਬੰਦਾ ਸਿੰਘ ਬਹਾਦਰ ਦੇ ਸਥਾਨ ਤੇ ਤੁਹਾਡਾ ਰਾਜ ਭਾਗ ਸੀ, ਤੁਸੀਂ ਬਣਾ ਲਿਆ।
ਘੱਲੂ ਘਾਰੇ ਦੀਆਂ ਯਾਦਾਂ ਯਾਦਗਾਰਾਂ ਤੁਸੀਂ ਬਣਾ ਲੀਆਂ, ਤੁਹਾਡਾ ਰਾਜ ਭਾਗ ਸੀ। ਇਸ ਕਰਕੇ ਮੈਂ ਬੇਨਤੀ ਕਰਨੀ ਚਾਹੁੰਦਾ, ਜਦੋਂ ਵੀ ਗੁਰੂ ਕੇ ਸਿੱਖਾਂ ਦੇ ਕੋਲ ਰਾਜ ਭਾਗ ਆਇਆ, ਉਹਨਾਂ ਨੇ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਵੀ ਕੀਤਾ ਹੈ। ਆਓ ਰਲ ਕਰਕੇ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੀਏ, ਗੁਰੂ ਗ੍ਰੰਥ ਗੁਰੂ ਪੰਥ ਦੀ ਚੜ੍ਹਦੀ ਕਲਾ ਵਾਸਤੇ ਅਸੀਂ ਤਤਪਰ ਰਹੀਏ। ਸੋ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਸ਼ਬਦ ਅਰਥ ਕਰਦਿਆਂ, ਗੁਰਮਤਿ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਸਾਧ ਸੰਗ ਬਖਸ਼ਣਯੋਗ ਹੈ। ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ, ਸਾਰੀ ਸਾਧ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ। ਆਓ ਆਖਰੀਆਂ ਪੰਕਤੀਆਂ ਪੜ੍ਹ ਕੇ ਖਿਮਾ ਦੇ ਜਾਚਕ ਹੋਈਏ ਜੀ। ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ, ਸਭ ਤੁਝੈ ਧਿਆਵੈ ਮੇਰੇ ਸਾਹੁ, ਜਿਉ ਭਾਵੈ ਤਿਉ ਰੱਖ ਤੂੰ ਮੇਰੇ ਪਿਆਰੇ, ਸਚ ਨਾਨਕ ਕੇ ਪਾਤਸ਼ਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।